ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ ਜੀ ਔਰ ਸਰਦਾਰ ਹਮੀਰ ਸਿੰਘ ਜੀ। ਦੋਨਾਂ ਨੂੰ ਜਿਉ ਆਇਆ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਸ਼ੁਕਰੀਆ ਜੀ। ਸਰਕਾਰ ਦਾ ਇੱਕ ਅਨਰਿਟਨ ਫਰਮਾਨ ਅਫਸਰਸ਼ਾਹੀ ਦੇ ਵਿੱਚ ਇੱਕ ਨਵੀਂ ਚਰਚਾ ਛੇੜ ਦਿੰਦਾ ਹੈ। ਸੱਤਾ ਦੇ ਪਾਵਰ ਸੈਂਟਰਸ ਦੀ ਗੱਲ, ਗਵਰਨਰ ਹਾਊਸ ਦੀ ਨਿਯੁਕਤੀ ਤੋਂ ਲੈ ਕੇ ਕੇਂਦਰੀ ਡੈਪੂਟੇਸ਼ਨ ਤੇ ਗਏ ਇੱਕ ਅਧਿਕਾਰੀ ਦੀ ਜੁਆਇਨਿੰਗ, ਇਹਨਾਂ ਦਿਨਾਂ 'ਚ ਕਈ ਚੀਜ਼ਾਂ ਚਰਚਾ 'ਚ ਨੇ। ਬਹੁਤ ਦਿਲਚਸਪ ਤੇ ਮਧੁਰ ਕਹਾਣੀਆਂ ਨੇ, ਤੁਹਾਡੇ ਨਾਲ ਸਾਂਝ ਪਾਉਂਦੇ ਆ। ਸੱਤਾ ਦੇ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, 4 ਸੈਂਟਰਾਂ ਦਾ ਤੁਹਾਡੇ ਨਾਲ ਜ਼ਿਕਰ ਕਰਾਂਗੇ। ਅਹਿਮ ਗੱਲਬਾਤ ਹੈ ਕਈ ਮਾਮਲਿਆਂ 'ਚ ਜਿਹੜੀ ਹੋਈ ਸੱਤਾ ਦੇ ਗਲਿਆਰਿਆਂ 'ਚ, ਤੁਹਾਡੇ ਰੂਬਰੂ ਕਰਦੇ ਆ। ਲੇਕਿਨ ਦੂਜਾ ਮਾਮਲਾ, ਇਸ ਵੇਲੇ ਸਰਕਾਰ ਔਰ ਵਿਜੀਲੈਂਸ ਕੋਲ ਦੂਜਾ ਕੋਈ ਰਸਤਾ ਨਹੀਂ ਬਚਿਆ। ਬਠਿੰਡਾ ਦਿਹਾਤੀ ਦੇ ਐਮਐਲਏ ਨੂੰ ਸ਼ਾਮਲ ਤਫਤੀਸ਼ ਕੀਤੇ ਬਿਨਾਂ ਗੁਜ਼ਾਰਾ ਹੀ ਨਹੀਂ। ਹੋ ਸਕਦਾ ਅੱਜ ਦਿਨ ਭਰ ਦੇ ਵਿੱਚ ਇਹ ਕਵਾਇਦ ਸਿਰੇ ਚੜ ਜੇ। ਇਹਦੇ ਉੱਤੇ ਇੱਕ ਨਵੀਂ ਡਿਵੈਲਪਮੈਂਟ ਤੁਹਾਡੇ ਨਾਲ ਸਾਂਝੀ ਕਰਦੇ ਆ। ਤੀਜਾ ਮਾਮਲਾ, ਜਲੰਧਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਜਲੰਧਰ ਦੀਆਂ ਗੇੜੀਆਂ। ਹੰਸ ਦਾ ਗਾਣਾ ਸੀ ਨਾ, ਸਾਨੂੰ ਤੇਰੇ ਸ਼ਹਿਰ ਦਿਆਂ ਗੇੜਿਆਂ ਨੇ ਖਾ ਲਿਆ। ਹੰਸ ਸਾਹਿਬ ਦਾ ਹੀ ਸ਼ਹਿਰ ਆ ਤੇ ਗੇੜੇ ਉੱਥੇ ਬਹੁਤ ਵੱਜਣੇ ਆ। ਪਬਲਿਕੇਸ਼ਨ ਹਾਊਸਸ ਦਾ ਵੀ ਇੱਕ ਜ਼ੋਰ ਲੱਗਣਾ ਹੈ, ਸ਼ਰੀਕੇਬਾਜ਼ੀਆਂ ਵੀ ਚੱਲਣੀਆਂ ਨੇ। ਪਰ ਡੀਐਸਪੀ ਬਲਵਿੰਦਰ ਸੇਖੋਂ, ਜਿਹੜੇ ਅੱਜ ਕੱਲ ਬੇਹੱਦ ਚਰਚਾ ਦੇ ਵਿੱਚ ਨੇ, ਮੁੱਦੇ ਨਿਰਧਾਰਤ ਕਰਨ ਦੇ ਸਮਰੱਥ ਹੋ ਸਕਣਗੇ। ਉਹ ਸੰਗਰੂਰ ਦੇ ਸਿਮਰਨਜੀਤ ਸਿੰਘ ਮਾਨ ਤਾਂ ਨਹੀਂ ਬਣ ਸਕਦੇ, ਪਰ 2022 ਤੋਂ ਪਹਿਲਾਂ ਵਾਲੇ ਨਵਜੋਤ ਸਿੰਘ ਸਿੱਧੂ ਦਾ ਰੂਪ ਅਖਤਿਆਰ ਕਰ ਸਕਦੇ ਆ। ਚੁਣਾਵੀ ਦ੍ਰਿਸ਼ ਨੂੰ ਨਿਰਧਾਰਤ ਕਰਨ ਦੇ ਸਮਰੱਥ ਹੋ ਸਕਣਗੇ ਬਲਵਿੰਦਰ ਸੇਖੋਂ, ਜਿਹੜੇ ਇਹਨਾਂ ਦਿਨਾਂ 'ਚ ਨਸ਼ਿਆਂ ਦੇ ਮਾਮਲੇ ਜ਼ੋਰ ਨਾਲ ਉਠਾ ਰਹੇ ਨੇ। ਇਹ ਸਵਾਲ ਬੜਾ ਅਹਿਮ ਹੋ ਗਿਆ। ਇਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੂੰ ਸੀਨ 'ਚ ਕੌਣ ਦੁਬਾਰਾ ਲਿਆ ਰਿਹਾ? ਲੱਖ ਟਕੇ ਦਾ ਸਵਾਲ ਹੈ। ਸੀਨ ਦੇ ਵਿੱਚ, ਦ੍ਰਿਸ਼ ਦੇ ਵਿੱਚ, ਪੰਜਾਬ ਦੇ ਚਿੱਤਰਪਟ ਤੇ ਇੱਕ ਵਾਰੀ ਫਿਰ ਅੰਮ੍ਰਿਤਪਾਲ ਸਿੰਘ ਦੀ ਆਹਟ ਨਵੇਂ ਸਿਰਿਓਂ ਕੌਣ ਲੈ ਕੇ ਆ ਰਿਹਾ? ਔਰ ਇਹਦੇ ਨਾਲ ਦਿੱਲੀ ਦੀ ਸਿਆਸਤ ਜਿਹੜੀ ਪੰਜਾਬ ਨਾਲ ਜੁੜਦੀ ਆ, ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਹੋ ਜਾਊਗੀ। ਇਹ ਸਵਾਲ ਬਹੁਤ ਅਹਿਮ ਆ, ਕਿਉਂਕਿ ਕੇਜਰੀਵਾਲ ਸਾਹਿਬ ਕੁਝ ਸ਼ੰਕੇ ਜ਼ਾਹਰ ਕਰ ਰਹੇ ਆ। ਇਹ ਸਾਰੀਆਂ ਗੱਲਾਂ ਕਰਦੇ ਆ। ਸ਼ਿਵ ਸੈਨਾ ਦੇ ਉੱਤੇ ਜਾਵਾਂਗੇ ਜੇਕਰ ਸਮੇਂ ਦੀ ਬਚਤ ਹੋਈ। ਸੰਧਵਾ ਸਾਹਿਬ ਇੱਕ ਵਾਰੀ ਫਿਰ ਪੰਜਾਬ ਦੇ ਇੱਕ ਅਹਿਮ ਮਸਲੇ ਨੂੰ ਹੱਥ ਪਾ ਲਿਆ। ਆਪਾਂ ਅੱਗੇ ਚੱਲਦੇ ਹਾਂ। ਸਭ ਤੋਂ ਪਹਿਲਾਂ ਭਾਸਕਰ ਸਾਹਿਬ, ਮੈਨੂੰ ਉਹਨਾਂ ਅਧਿਕਾਰੀਆਂ ਦੀ ਫਹਿਰਿਸਤ, ਉਹਨਾਂ ਅਧਿਕਾਰੀਆਂ ਦੇ ਨਾਂ ਗਿਣਾਇਓ ਜ਼ਰਾ, ਜਿਨ੍ਹਾਂ ਦੀ ਇੱਛਾ ਹੈ, ਜਿਹੜੇ ਇੱਛੁਕ ਨੇ ਕੇਂਦਰ 'ਚ ਜਾਣ ਦੇ। ਇਹ ਨਾਰਾਜ਼ਗੀਆਂ ਕਿਉਂ, ਇਹ ਉਦਾਸੀਨਤਾ ਕਿਉਂ, ਇਹ ਉਪਰਾਮਤਾ ਕਿਉਂ? ਸਟੇਟ ਦੇ ਵਿੱਚ ਅਫਸਰਸ਼ਾਹੀ ਦਾ ਜੀ ਕਿਉਂ ਨਹੀਂ ਲੱਗਦਾ ਤੇ ਸਰਕਾਰ ਦਾ ਫੈਸਲਾ ਕੀ ਹੈ? ਇਹ ਤੁਹਾਡੇ ਨਾਲ ਅੱਗੇ ਸਾਂਝ ਪਾਉਂਦੇ ਆ। ਭਾਸਕਰ ਸਾਹਿਬ, ਮੁੱਢਲੇ ਸ਼ਬਦਾਂ 'ਚ ਉਹ ਅਧਿਕਾਰੀ ਜਿਹੜੇ ਪਿਛਲੇ ਕਈ ਦਿਨਾਂ ਦੇ ਵਿੱਚ ਕੇਂਦਰ 'ਚ ਜਾਣ ਦੀ ਇੱਛਾ ਜ਼ਾਹਰ ਕਰ ਚੁੱਕੇ, ਇਹ ਵਰਤਾਰਾ ਨਵਾਂ ਨਹੀਂ, ਸਦਾ ਕੇਂਦਰ 'ਚ ਜਾਂਦੇ ਰਹੇ ਆ ਲੋਕ, ਲੇਕਿਨ ਹੁਣ ਇਹਦੀ ਰਫ਼ਤਾਰ ਤੇਜ਼ ਕਿਉਂ ਹੋਈ? ਸਵਾਲ ਇਹਦੇ ਤੇ ਆ। ਔਰ ਕਿਉਂ ਪੰਜਾਬ ਸਰਕਾਰ ਅਨਰਿਟਨ ਰੂਪ ਦੇ ਵਿੱਚ ਐਨਓਸੀ ਜਾਰੀ ਕਰਨ ਤੇ ਰੋਕ ਲਾ ਕੇ ਬਹਿ ਗਈ? ਇਹ ਸਾਰੇ ਸਵਾਲ ਐਡਰੈਸ ਕਰਦੇ ਆ। ਭਾਸਕਰ ਸਾਹਿਬ, ਉਹਨਾਂ ਲੋਕਾਂ ਦਾ ਜ਼ਿਕਰ ਛੇੜਿਓ, ਨਾ ਲਿਓ ਜਿਹੜੇ ਲੋਕ ਤੁਰੇ ਨੇ ਇਹ ਇੱਛਾ ਜ਼ਾਹਰ ਕਰਕੇ ਕਿ ਅਸੀਂ ਕੇਂਦਰ 'ਚ ਜਾਣਾ। ਲੋਕ ਨਹੀਂ, ਬੜੇ ਸੀਨੀਅਰ ਅਫਸਰ ਨੇ। ਔਰ ਮੇਰੇ ਖਿਆਲ ਨਾਲ ਸਰਕਾਰ ਦੇ 3 ਮਹੀਨੇ ਬੀਤਣ ਤੋਂ ਬਾਅਦ ਇਹ ਸਿਲਸਿਲਾ ਸ਼ੁਰੂ ਹੋ ਗਿਆ ਸੀ। ਉਹ ਲਿਸਟ ਲੰਬੀ ਹੁੰਦੀ ਜਾ ਰਹੀ ਹੈ। ਹਫ਼ਤੇ 10 ਦਿਨ ਪਹਿਲੇ ਵੀ 7 ਹੋਰ ਅਫਸਰਾਂ ਨੇ ਕੇਂਦਰ ਦੇ ਵਿੱਚ ਆਪਣੀ ਪੋਸਟਿੰਗ ਵਾਸਤੇ ਇੱਛਾ ਜ਼ਾਹਿਰ ਕੀਤੀ, ਐਮਪੈਨਲਮੈਂਟ ਤੇ ਕਰਵਾ ਲਿਆ। ਪਰ ਹੁਣ ਅੱਗੇ ਚੱਲ ਕੇ ਉਹਨਾਂ ਦੀ ਪੋਸਟਿੰਗ ਹੁੰਦੀ ਹੈ ਕਿ ਨਹੀਂ ਹੁੰਦੀ ਪਤਾ ਨਹੀਂ। ਪਰ ਇਸ ਲਿਸਟ ਦੇ ਵਿੱਚ 7 ਨਾਂ ਹੋਰ ਜੁੜੇ ਸੀਗੇ। ਉਹਨਾਂ ਵਿੱਚੋਂ ਕੁਝ ਨਾਂ ਪਹਿਲੇ ਵੀ ਜਾ ਚੁੱਕੇ ਸੀਗੇ। ਰਜਤ ਅਗਰਵਾਲ ਪਹਿਲਾ ਨਾਂ ਸੀਗਾ, ਜਿਨ੍ਹਾਂ ਨੇ ਹੁਣੇ ਕੁਝ ਦਿਨ ਪਹਿਲੇ ਹੀ ਕੇਂਦਰ ਦੇ ਵਿੱਚ ਅਪਾਇੰਟਮੈਂਟ ਵਾਸਤੇ ਆਪਣਾ ਇੱਕ ਰਿਕੁਐਸਟ ਲੈਟਰ ਜਾਂ ਆਪਣੀ ਐਮਪੈਨਲਮੈਂਟ ਦੀ ਗੱਲ ਕੀਤੀ ਸੀ। ਅਨਿਰੁੱਧ ਤਿਵਾਰੀ ਜਿਹੜੇ ਚੀਫ ਸੈਕਟਰੀ ਹੁੰਦੇ ਸੀਗੇ, ਉਹ ਵੀ ਹੁਣ ਕੇਂਦਰ ਦੇ ਵਿੱਚ ਜਾਣਾ ਚਾਹੁੰਦੇ ਨੇ। ਰਵਨੀਤ ਕੌਰ, ਸੀਨੀਅਰ ਮੋਸਟ ਆਈਏਐਸ ਆਫੀਸਰ, ਜਿਨ੍ਹਾਂ ਦਾ ਚੀਫ ਸੈਕਟਰੀ ਵਜੋਂ ਕਈ ਵਾਰ ਨਾਮ ਚੱਲਿਆ ਪਰ ਵਾਪਸ ਪਿੱਛੇ ਵੀ ਹੋ ਗਿਆ। ਰਾਹੁਲ ਤਿਵਾਰੀ, ਇਹ ਵੀ ਜਾਣਾ ਚਾਹੁੰਦੇ ਨੇ ਕੇਂਦਰ ਦੀ ਅਪਾਇੰਟਮੈਂਟ ਵਾਸਤੇ। ਵਰੁਣ ਰੂਜਮ, ਐਕਸਾਈਜ਼ ਕਮਿਸ਼ਨਰ ਨੇ, ਬੜੀ ਪ੍ਰੋਮੀਨੈਂਟ ਪੋਸਟ ਦੇ ਉੱਤੇ ਬੈਠੇ ਨੇ, ਪਰ ਇਹ ਵੀ ਹੁਣ ਕੇਂਦਰ ਦਾ ਰੁਖ ਦੇਖ ਰਹੇ ਨੇ। ਕਾਰਨ ਉਹਨਾਂ ਦੇ ਘਰ ਪਈ ਹੋਈ ਰੇਡਾ ਹੈਗੀ ਹੈ ਜਾਂ ਕੋਈ ਹੋਰ, ਇਹ ਤੇ ਖੈਰ ਉਹੀ ਦੱਸਣਗੇ। ਉਸ ਤੋਂ ਇਲਾਵਾ ਸੀਮਾ ਜੈਨ, ਤੁਹਾਨੂੰ ਯਾਦ ਹੋਏਗਾ ਕਈ ਇਨਕੁਆਇਰੀ ਰਿਪੋਰਟਸ ਸੀਮਾ ਜੈਨ ਨੇ ਮੁੱਖ ਮੰਤਰੀ ਨੂੰ ਭੇਜੀ ਸੀਗੀ ਐਗਰੀਕਲਚਰ ਡਿਪਾਰਟਮੈਂਟ ਦੀ, ਉਹ ਵੀ ਕੇਂਦਰ ਦੀ ਅਪਾਇੰਟਮੈਂਟ ਵਾਸਤੇ ਇੱਛੁਕ ਨੇ। ਔਰ ਅਜੋਏ ਸ਼ਰਮਾ, ਉਹੀ ਜਿਹੜਾ 30 ਕਰੋੜ ਦਾ ਇਸ਼ਤਿਹਾਰਾਂ ਦਾ ਮਾਮਲਾ, ਉਸ ਮੁੱਦੇ ਦੇ ਉੱਤੇ ਅਜੋਏ ਸ਼ਰਮਾ ਵੀ ਸਰਕਾਰ ਤੋਂ ਕਿਸੇ ਜਗ੍ਹਾ ਖਫਾ ਜੇ ਲੱਗਦੇ ਨੇ ਤੇ ਹੁਣ ਕੇਂਦਰ ਵੱਲ ਰੁਖ ਤੇ ਕਰ ਰਹੇ ਨੇ। ਉਸ ਤੋਂ ਪਹਿਲੇ ਵੀ ਸੀ ਸਿੱਬਨ, ਜਿਹੜੇ ਹੁਣ ਮੁੱਖ ਚੋਣ ਅਫਸਰ ਪੰਜਾਬ ਦੇ ਬਣੇ ਨੇ, ਇਹਨਾਂ ਨੇ ਵੀ ਕੇਂਦਰ ਦਾ ਰੁਖ ਅਪਣਾਇਆ ਸੀਗਾ। ਕੁਮਾਰ ਸੌਰਵ ਰਾਜ,
ਇਹ ਵੀ ਕੇਂਦਰ ਵੱਲ ਜਾਣਾ ਚਾਹੁੰਦੇ ਨੇ। ਬੀ ਸ਼੍ਰੀਨਿਵਾਸਨ ਇਹ ਤੇ ਬਲਕਿ ਚਲੇ ਗਏ ਨੇ ਕੇਂਦਰ ਵੱਲ। ਇਹ ਲਿਸਟ ਦੇ ਵਿੱਚ ਹਜੇ ਕ੍ਰਿਸ਼ਨ ਕੁਮਾਰ ਦਾ ਨਾਂ ਨਹੀਂ ਹੈਗਾ। ਉਹ ਇਮਾਨਦਾਰ ਅਫਸਰ ਜਿਹੜੇ ਪੰਜਾਬ ਦੀ ਕੱਟੜ ਇਮਾਨਦਾਰ ਸਰਕਾਰ ਦੇ ਵਿੱਚ ਵੱਡੇ ਵੱਡੇ ਅਹੁਦਿਆਂ ਦੇ ਵਿੱਚ ਰਹੇ ਤੇ ਨੇ, ਔਰ ਉਹ ਚਾਹੁੰਦੇ ਨੇ ਵੀ ਮੈਂ ਕੇਂਦਰ ਦੇ ਵਿੱਚ ਸਰਵਿਸ ਕਰਾਂ। ਇਹ ਲਿਸਟ ਲੰਬੀ ਹੁੰਦੀ ਜਾ ਰਹੀ ਹੈ। ਸਰਕਾਰ ਦਾ ਇਹਨਾਂ ਦੀ ਇੱਛਾ ਦੇ ਉੱਤੇ ਕੀ ਰਿਐਕਸ਼ਨ ਹੁੰਦਾ ਹੈ, ਇਹ ਆਉਣ ਵਾਲੇ ਟਾਈਮ ਵਿੱਚ ਹੀ ਪਤਾ ਲੱਗੂਗਾ। ਭਾਸਕਰ ਸਾਹਿਬ, ਤੁਸੀਂ ਬੜੇ ਨਾਂ ਲੈ ਲਏ। ਕ੍ਰਿਸ਼ਨ ਕੁਮਾਰ ਵੀ ਜਾਣਾ ਹੀ ਚਾਹੁੰਦੇ ਨੇ, ਇਹ ਸਾਡੇ ਕੋਲ ਸਰੋਤਾਂ ਦੀ ਖਬਰ ਹੈ। ਪਰ ਪੰਜਾਬ ਸਰਕਾਰ ਨੇ ਇਹਨਾਂ ਦੇ ਅੱਗੇ ਨੋ ਐਨਓਸੀ ਹੈ ਨਾ, ਨੋ ਐਨਓਸੀ ਦਾ ਇੱਕ ਫੱਟਾ ਲਾਤਾ ਹੈ, ਜਿਹੜਾ ਅਨਰਿਟਨ ਹੈ। ਰਿਟਨ ਤਾਂ ਹੋ ਨਹੀਂ ਸਕਦਾ, ਜਿਵੇਂ ਸਰਦਾਰ ਹਮੀਤ ਸਿੰਘ ਮੈਨੂੰ ਦੱਸ ਰਹੇ ਸੀਗੇ। ਸਰਦਾਰ ਹਮੀਤ ਸਿੰਘ ਜੀ, ਇਹਦੇ ਚ 2-3 ਘਟਨਾਵਾਂ ਜਿਹੜੀਆਂ ਮੈਂ ਤੁਹਾਡੇ ਤੋਂ ਸਮਝਣੀਆਂ ਚਾਹੂੰਗਾ। ਇੱਕ ਤਾਂ ਹੈਗੀ ਆ, ਵੈਸੇ ਅਨੀਰੁੱਧ ਤਿਵਾੜੀ ਦਾ ਨਾਂ ਤੁਸੀਂ ਭਾਸਕਰ ਸਾਹਿਬ ਲਿਆ, ਉਹਨਾਂ ਨੂੰ ਸਹਿਮਤੀ ਮਿਲੀ ਹੋਈ ਆ। ਬਾਕੀ ਜਿਹੜੇ ਨਵੇਂ ਲੋਕ ਇੱਛਾ ਜ਼ਾਹਰ ਕਰ ਰਹੇ ਆ, ਉਹਨਾਂ ਨੂੰ ਸਰਕਾਰ ਨੇ ਹਰੀ ਝੰਡੀ ਦੇਣ ਤੋਂ ਇੱਕ ਤਰ੍ਹਾਂ ਨਾ ਕਰਤੀ ਆ, ਐਨਓਸੀ ਜਾਰੀ ਨਹੀਂ ਕੀਤੀਆਂ ਜਾ ਰਹੀਆਂ। ਜਿਹੜੀ ਐਨਓਸੀ ਜਾਰੀ ਹੋਈ ਸੀ ਉਹ ਰਜਤ ਅਗਰਵਾਲ ਦੀ ਸੀ। ਰਜਤ ਅਗਰਵਾਲ ਨੂੰ ਰਿਲੀਵ ਨਹੀਂ ਸੀ ਕੀਤਾ ਜਾ ਰਿਹਾ, ਪਰ ਉਹ ਪਿਛਲੇ ਦਿਨਾਂ ਦੇ ਵਿੱਚ ਜੁਆਇਨ ਕਰ ਗਿਆ। ਉਹ ਰਿਲੀਵ ਕੌਣ ਨਹੀਂ ਸੀ ਕਰ ਰਿਹਾ? ਕਿਹਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਦਿੱਲੀ ਗੇੜਾ ਮਾਰ ਲਓ, ਦਿੱਲੀ ਦੀ ਸਹਿਮਤੀ ਲੈ ਲਓ। ਫਿਰ ਦਿੱਲੀ ਦੀ ਸਹਿਮਤੀ ਲੈ ਕੇ ਉਹ ਜੁਆਇਨਿੰਗ ਤੋਂ ਬਾਅਦ ਜਦੋਂ ਵਾਪਸ ਪਰਤਦੇ ਆ ਤੇ ਆਪਣੇ ਸਾਥੀਆਂ ਸੱਜਣਾ ਨਾਲ ਗੱਲਬਾਤ ਕਰਦੇ ਆ, ਕੁਲੀਗਸ ਨਾਲ। ਇਹ ਮੈਂ ਸਰਦਾਰ ਹਮੀਰ ਸਿੰਘ ਜੀ ਤੋਂ ਸਮਝਣ ਦੀ ਕੋਸ਼ਿਸ਼ ਕਰੂੰਗਾ। ਦੂਜੀ ਗੱਲ ਜਿਹੜੀ ਆ, ਇਹਦੇ ਵਿੱਚ ਅਗਲਾ ਨਾਂ ਆਉਂਦਾ ਕੇ ਸ਼ਿਵਾ ਪ੍ਰਸਾਦ ਦਾ। ਇਹ 2 ਮਾਮਲੇ ਨੇ ਸਰਦਾਰ ਹਮੀਰ ਸਿੰਘ ਜੀ। ਸੀਐਮਓ ਦੇ ਵਿੱਚ ਇਸ ਵੇਲੇ ਸਭ ਤੋਂ ਪਾਵਰਫੁਲ ਵੇਨੂ ਪ੍ਰਸਾਦ ਮੰਨੇ ਜਾਂਦੇ ਸੀ, ਲੇਕਿਨ ਅੱਜ ਕੱਲ ਉਹਨਾਂ ਤੋਂ ਜ਼ਿਆਦਾ ਪਾਵਰਫੁਲ ਪੰਜਾਬ ਦੇ ਚੀਫ ਸੈਕਟਰੀ ਹੋ ਗਿਆ, ਔਰ ਇਹ ਸ਼ਰੀਕਾ ਵੀ ਚੱਲ ਰਿਹਾ। ਇਹ ਸੁਣਿਆ ਜਾ ਰਿਹਾ ਕਿ ਵੇਨੂ ਪ੍ਰਸਾਦ ਜਿਹੜੀਆਂ ਨਿਯੁਕਤੀਆਂ ਜਾਂ ਬਦਲੀਆਂ ਕਰਵਾਉਂਦੇ, ਉਹਨਾਂ ਨੂੰ ਰੋਕ ਲਿਆ ਜਾਂਦਾ ਸੀਗਾ। ਇਹੀ ਸਵਾਲ ਦਿੱਲੀ ਦੇ ਅੱਗੇ ਰੱਖਤਾ ਜਾਂਦਾ ਸੀ। ਇਹੀ ਸਵਾਲ ਪਿਛਲੇ ਦਿਨਾਂ 'ਚ ਉਦੋਂ ਪਿਆ ਜਦੋਂ ਕੇ ਸ਼ਿਵਾ ਪ੍ਰਸਾਦ ਦੀ ਨਿਯੁਕਤੀ ਗਵਰਨਰ ਦੇ ਪ੍ਰਿੰਸੀਪਲ ਸੈਕਟਰੀ ਵਜੋਂ ਹੋ ਗਈ। ਇੱਕ ਆਰਡਰ ਮੁੱਖ ਮੰਤਰੀ ਵੱਲੋਂ ਜਾਰੀ ਹੋ ਗਏ, ਜਿਨ੍ਹਾਂ ਨੂੰ ਰੋਕ ਲਿਆ ਗਿਆ। ਇੱਥੋਂ ਤੱਕ ਵੀ ਪਤਾ ਲੱਗਿਆ ਕਿ ਕੇ ਸ਼ਿਵਾ ਪ੍ਰਸਾਦ ਗਵਰਨਰ ਸਾਹਿਬ ਨੂੰ ਮਿਲ ਆਏ ਸੀ। ਸਾਰੀਆਂ ਧਿਰਾਂ ਜਿਉਂਦੀਆਂ ਜਾਗਦੀਆਂ ਚੰਗੀਆਂ ਭਲੀਆਂ ਨੇ ਇਹ ਦੱਸ ਸਕਦੀਆਂ। ਕੇ ਸ਼ਿਵਾ ਪ੍ਰਸਾਦ ਜਿਹੜੇ ਅੱਜ ਕੱਲ ਪੰਚਾਇਤਾਂ ਦੇ ਪ੍ਰਿੰਸੀਪਲ ਸੈਕਟਰੀ ਨੇ, ਕਿ ਫਾਈਨੈਂਸ਼ੀਅਲ ਕਮਿਸ਼ਨਰ ਕਹਿੰਦੇ, ਮੈਨੂੰ ਟੈਕਨੀਕਲਿਟੀਜ਼ ਦਾ ਪਤਾ ਨਹੀਂ, ਉਹ ਗਵਰਨਰ ਨੂੰ ਮਿਲ ਆਏ ਸੀਗੇ। ਔਰ ਗਵਰਨਰ ਸਾਹਿਬ ਨੇ ਉਹਨਾਂ ਦੇ ਅੱਗੇ ਕੁਝ ਇੱਕ ਟਰਮਸ ਵੀ ਰੱਖੀਆਂ ਸੀ ਕਿ ਤੁਸੀਂ ਡਿਊਲ ਚਾਰਜ ਜਾਂ ਬਾਕੀ ਚੀਜ਼ਾਂ ਕਰ ਲੋਗੇ। ਉਹ ਸਹਿਮਤੀ ਤੇ ਆਏ। ਉਸ ਤੋਂ ਬਾਅਦ ਦਿੱਲੀ ਦੀ ਸਹਿਮਤੀ ਨਹੀਂ ਹੁੰਦੀ, ਮੁੱਖ ਮੰਤਰੀ ਦੇ ਆਰਡਰ ਕਿੱਥੇ ਰੁਕ ਜਾਂਦੇ, ਇਹ ਸਵਾਲ ਹੈ। ਫਿਰ ਉਹਦੇ ਵਿੱਚ ਰਾਖੀ ਭੰਡਾਰੀ ਆਉਂਦੇ ਆ, ਕਿਉਂਕਿ ਗਵਰਨਰ ਸਾਹਿਬ ਸਹਿਮਤੀ ਦੇ ਚੁੱਕੇ ਸੀਗੇ ਕੇ ਸ਼ਿਵਾ ਪ੍ਰਸਾਦ ਨੂੰ। ਫਿਰ ਦੁਬਾਰਾ ਰਾਖੀ ਭੰਡਾਰੀ ਦਾ ਜ਼ਿਕਰ ਆਉਂਦਿਆਂ ਇੱਕ ਵੱਡੇ ਕੇਂਦਰੀ ਵਜ਼ੀਰ ਵਿੱਚ ਪੈਂਦੇ ਆ, ਜਿਨ੍ਹਾਂ ਦੀ ਗਵਰਨਰ ਸਾਹਿਬ ਨਾਲ ਸਹਿਚਾਰ ਚੰਗਾ ਹੈ। ਫਿਰ ਉੱਥੋਂ ਸਹਿਮਤੀ ਕਿੱਦਾਂ ਬਣਦੀ ਆ? ਕੇ ਸ਼ਿਵਾ ਪ੍ਰਸਾਦ ਤੋਂ ਨਾ ਰਾਖੀ ਭੰਡਾਰੀ ਤੱਕ ਚੱਲਦਾ ਹੈ। ਫਿਰ ਕੇ ਸ਼ਿਵਾ ਪ੍ਰਸਾਦ ਰੈਜ਼ੀਡੈਂਟ ਕਮਿਸ਼ਨਰ ਦਿੱਲੀ ਦੇ ਵਿੱਚ ਜਾਣਾ ਚਾਹੁੰਦੇ ਸੀ, ਉੱਥੇ ਰਾਹੁਲ ਭੰਡਾਰੀ ਨੂੰ ਐਡੀਸ਼ਨਲ ਚਾਰਜ ਦਿੱਤਾ ਜਾਂਦਾ। ਕੀ ਕੇ ਸ਼ਿਵਾ ਪ੍ਰਸਾਦ ਨੌਕਰੀ ਛੱਡਣਾ ਚਾਹ ਰਹੇ ਸੀਗੇ? ਉਹਨਾਂ ਦੀ ਉਪਰਾਮਤਾ ਦਾ ਲੈਵਲ ਇੱਥੋਂ ਤੱਕ ਵੱਧ ਗਿਆ ਸੀ। ਮੈਂ ਹੁਣ ਸਮਝਣਾ ਚਾਹੁੰਦਾ ਹੈ ਕਿ ਸਰਦਾਰ ਹਮੀਰ ਸਿੰਘ ਜੀ, ਮੁੱਖ ਮੰਤਰੀ ਦੇ ਆਰਡਰ ਕਈ ਜਗ੍ਹਾ ਰੁਕ ਜਾਂਦੇ ਆ, ਦਿੱਲੀ ਦੇ ਆਰਡਰ ਕਈ ਜਗ੍ਹਾ ਰੁਕ ਜਾਂਦੇ ਆ। ਨਵਲ ਅਗਰਵਾਲ ਦੀ ਗੱਲ ਕਰਾਂ ਤੇ ਦਿੱਲੀ ਦੇ ਆਰਡਰ ਵੀ ਰੁਕ ਗਏ। ਸੋ ਇਹ ਕਲੈਸ਼, ਇਹ ਸਾਰੀਆਂ ਗੱਲਾਂ ਨੂੰ ਜ਼ੁਬਾਨ ਦਿਓ ਜ਼ਰਾ। ਅਸਲ ਦੇ ਵਿੱਚ ਪੰਜਾਬ ਦੀ ਗਵਰਨਮੈਂਟ ਦਾ ਪ੍ਰਸ਼ਾਸਨਿਕ ਸੰਕਟ ਹੀ ਇਹ ਹੈ ਅਜੇ ਤੱਕ ਕਿ ਅਜੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਫਾਈਨਲ ਅਥਾਰਟੀ ਕੀ ਹੈ। ਵੈਸੇ ਤਾਂ ਚੁਣਿਆ ਹੋਇਆ ਚੀਫ ਮਿਨਿਸਟਰ ਸਭ ਤੋਂ ਫਾਈਨਲ ਅਥਾਰਟੀ ਹੁੰਦਾ, ਔਰ ਹੋਣਾ ਵੀ ਚਾਹੀਦਾ, ਕਿਉਂਕਿ ਲੋਕਾਂ ਨੇ ਮੁੱਖ ਮੰਤਰੀ ਨੂੰ ਚੁਣਿਆ। ਪਰ ਮੁੱਖ ਮੰਤਰੀ ਦੇ ਦਸਤਖਤ ਕੀਤੇ ਹੋਏ ਆਰਡਰ ਵਾਪਸ ਹੁੰਦੇ ਰਹਿਣ ਬਾਰ-ਬਾਰ, ਤਾਂ ਇਹ ਮੈਸੇਜ ਕੀ ਦਿੰਦੇ ਨੇ ਪੰਜਾਬ ਦੇ ਵਿੱਚ? ਸੁਨੇਹਾ ਕੀ ਦਿੰਦੇ ਨੇ? ਸੁਨੇਹਾ ਇਹੀ ਦਿੰਦੇ ਨੇ ਕਿ ਅਜੇ ਤੱਕ ਬਿਊਰੋਕ੍ਰੇਸੀ ਦੇ ਅਪਾਇੰਟਮੈਂਟਾਂ ਜਿਹੜੀਆਂ ਨੇ ਤੇ ਬਾਕੀ ਦੀਆਂ ਨੇ ਉਹ ਬਾਹਰੋਂ ਹੋ ਰਹੀਆਂ ਨੇ। ਇੱਕ ਤਾਂ ਜੇ ਮੈਂ ਇਹਦੇ ਨਾਲ ਹੀ ਜੋੜਾਂ ਕਿ ਇਹ ਜਿਹੜੀਆਂ ਚੀਜ਼ਾਂ ਨੇ, ਸਪੋਜ਼ ਕਰੋ, ਔਰ ਕਿੰਨੇ ਹੀ ਲੋਕ ਨੇ ਜਿਹੜੇ ਈਵਨ ਦਿੱਲੀ ਡੈਪੂਟੇਸ਼ਨ ਤੇ ਜਾਣਾ ਚਾਹੁੰਦੇ ਨੇ, ਕਦੇ ਵੀ ਪੰਜਾਬ ਦੇ ਅਫਸਰ ਉਨੇ ਨਹੀਂ ਗਏ ਜਿੰਨਿਆਂ ਦੀ ਲੋੜ ਹੈ ਦਿੱਲੀ ਦੇ ਵਿੱਚ। 40 ਸੀਟਾਂ ਨੇ ਪੰਜਾਬ ਦੀਆਂ, ਮਤਲਬ ਸਾਡੇ, ਕਿਉਂਕਿ ਬਿਊਰੋਕ੍ਰੇਸੀ ਜ਼ਿਆਦਾ ਕੰਪੈਰੇਟਿਵਲੀ ਸਾਡੇ ਕੋਲ ਆਈਐਸ ਦੀਆਂ ਸੀਟਾਂ ਜ਼ਿਆਦਾ ਨੇ। 188 ਤੋਂ 90 ਦੇ ਕਰੀਬ ਸਾਡੇ ਕੋਲ ਨੇ। 40 ਜਾਣਾ ਚਾਹੋ, 40 ਕਦੇ ਵੀ ਨਹੀਂ ਜਾਂਦੇ, ਗਏ ਨਹੀਂ। ਕਿਉਂਕਿ ਕਾਰਨ ਇਹ ਸੀ, ਪਹਿਲਾਂ ਚੰਡੀਗੜ੍ਹ ਦੇ ਵਿੱਚ ਮਾਹੌਲ ਬਹੁਤ ਖੂਬਸੂਰਤ ਹੈ, ਬੱਚੇ ਪੜ੍ਹਾਉਣ ਦਾ ਸਿਸਟਮ ਵੀ ਠੀਕ ਹੈ, ਇੱਥੇ ਕੰਮ ਵੀ ਮਰਜ਼ੀ ਨਾਲ ਕਰਨਾ ਪੈਂਦਾ। ਗਵਰਨਮੈਂਟ ਆਫ ਇੰਡੀਆ 'ਚ ਕੰਮ ਕਾਫੀ ਹੱਦ ਤੱਕ ਗੰਭੀਰਤਾ ਨਾਲ ਕਰਨਾ ਪੈਂਦਾ। ਲੋਕ ਸਭਾ ਸਾਹਮਣੇ ਵੀ ਜਵਾਬ ਦੇ ਬੜੇ ਜ਼ਿਆਦਾ ਹੋਣਾ ਪੈਂਦਾ ਸਾਡੀਆਂ ਅਸੈਂਬਲੀਆਂ ਦੇ ਮੁਕਾਬਲੇ। ਲੋਕ ਪ੍ਰੈਫਰ ਨਹੀਂ ਸੀ ਕਰਦੇ, ਧੱਕੇ ਮਾਰ ਕੇ ਕਹਿੰਦੇ ਸੀ ਤੂੰ ਜਾਇਆ ਤੂੰ ਜਾਇਆ। ਹਾਲਾਂਕਿ ਪੈਨਲਮੈਂਟ ਕਰਾ ਕੇ ਅੱਗੇ ਵਧਣ ਦੀਆਂ ਸੰਭਾਵਨਾਵਾਂ ਹੁੰਦੀਆਂ ਨੇ। ਹੁਣ ਸਵਾਲ ਹੀ ਇਹ ਹੈ ਕਿ ਉਹ ਹੁਣ ਫਟਾਫਟ ਜਾਣਾ ਕਿਉਂ ਚਾਹੁੰਦੇ ਨੇ? ਇਸ ਸਾਰੇ ਮਾਮਲੇ ਦੇ ਵਿੱਚ ਲਗਾਤਾਰ ਕੋਸ਼ਿਸ਼ ਕਰ ਰਹੇ ਨੇ, ਔਰ ਇਸ ਕੋਸ਼ਿਸ਼ ਦੇ ਵਿੱਚੋਂ ਉਹ ਲੱਭਦੇ ਨੇ ਬੰਦੇ। ਜਿਵੇਂ ਪਹਿਲਾਂ ਗੱਲ ਤੁਸੀਂ ਕੀਤੀ ਕਿ
ਮਤਲਬ ਰਜਤ ਅਗਰਵਾਲ ਵੀ, ਇਹ 2003 ਬੈਚ ਦੇ ਅਫਸਰ ਨੇ। ਔਰ ਜਿਹੜੀ ਡਿਸਇਨਵੈਸਟਮੈਂਟ ਦੀ ਸਾਡੇ ਇੱਕ ਡਿਪਾਰਟਮੈਂਟ ਰਿਹਾ, ਬਿਊਰੋ ਆਫ ਡਿਸਇਨਵੈਸਟਮੈਂਟ, ਉਹਦੇ ਚ ਕਾਫੀ ਲੰਮਾ ਸਮਾਂ ਰਹੇ, ਕਾਫੀ ਕੰਮ ਵੀ ਉਸ ਮਾਮਲੇ ਚ ਕੀਤਾ। ਤੇ ਜਦੋਂ ਲਗਾਤਾਰ ਇਹਨਾਂ ਨੇ ਅਪਲਾਈ ਕੀਤਾ ਤੇ ਐਨਓਸੀ ਮਿਲ ਗਈ। ਐਨਓਸੀ ਕਿਹਦੀ ਮਿਲਣੀ ਹੈ? ਚੀਫ ਮਿਨਿਸਟਰ ਦੀ ਮਿਲਣੀ ਹੈ, ਤੇ ਹੋਰ ਤਾਂ ਕੋਈ ਰੌਲਾ ਹੀ ਨਹੀਂ ਹੈ। ਔਰ ਉਹ ਕਹਿੰਦੇ ਨੇ ਹਫ਼ਤੇ ਤੋਂ ਜ਼ਿਆਦਾ ਚੀਫ ਸੈਕਟਰੀ ਕੋਲ ਫਾਈਲ ਪੈਂਡਿੰਗ ਪਈ ਰਹੀ। 2 ਫਰਵਰੀ ਦੀ ਮਿਲੀ ਹੋਈ ਐਨਓਸੀ, 2 ਫਰਵਰੀ ਤੋਂ ਲਗਾਤਾਰ ਉਹ ਹਫ਼ਤਾ 10 ਦਿਨ ਉੱਥੇ ਪਈ ਪੈਂਡਿੰਗ ਰਹਿੰਦੀ ਹੈ। ਜਦੋਂ ਫੇਰ ਜਾਂਦੇ ਨੇ, ਮਿਲਦੇ ਨੇ ਚੀਫ ਸੈਕਟਰੀ ਨੂੰ, ਤਾਂ ਇੱਕ ਸੂਚਿਤ ਕੀਤਾ ਜਾਂਦਾ ਕਿਸੇ ਢੰਗ ਨਾਲ ਉਹਨਾਂ ਨੂੰ ਕਿ ਦਿੱਲੀ ਦੀ ਹਾਜ਼ਰੀ ਜ਼ਰੂਰ ਭਰੋ। ਦਿੱਲੀ ਦੀ ਹਾਜ਼ਰੀ ਕੇਂਦਰ ਸਰਕਾਰ ਦੀ ਨਹੀਂ, ਦਿੱਲੀ ਦੀ ਹਾਜ਼ਰੀ ਰਾਘਵ ਚੱਡਾ ਤੇ ਕੇਜਰੀਵਾਲ ਦੀ ਹਾਜ਼ਰੀ, ਮਤਲਬ ਆਪਣੀ ਪਾਰਟੀ 'ਚ ਆਪਣੇ ਬੰਦਿਆਂ ਦੀ ਹਾਜ਼ਰੀ ਭਰੋ। ਫਿਰ ਜਿਵੇਂ ਕਹਿੰਦੇ ਨੇ ਮਰਦਾ ਕੀ ਨਹੀਂ ਕਰਦਾ, ਜਦੋਂ ਬੰਦੇ ਨੇ ਜਾਣਾ ਹੀ ਹੁੰਦਾ ਉਹ ਦਿੱਲੀ ਦੀ ਹਾਜ਼ਰੀ ਵੀ ਭਰ ਆਏ। ਤੇ ਹਾਜ਼ਰੀ ਭਰ ਕੇ ਉਹਨਾਂ ਨੂੰ ਤਾਂ ਫਟਾਫਟ ਐਨਓਸੀ ਇੱਧਰੋਂ ਮਿਲੀ, ਜੁਆਇਨ ਕਰਕੇ ਆ ਕੇ ਮੁੜ ਕੇ ਚੰਡੀਗੜ੍ਹ ਸਾਹ ਲਿਆ, ਇੱਕ ਵਾਰ ਦਿੱਲੀ ਜਾ ਕੇ ਜੁਆਇਨ ਕਰਕੇ ਕਿਤੇ ਦੁਬਾਰਾ ਐਨਓਸੀ ਵਾਪਸ ਨਾ ਚਲੀ ਜਾਏ। ਮਤਲਬ ਐਡਾ ਵੱਡਾ ਖੌਫ ਤੇ ਡਰ ਸਾਡੇ ਸਾਹਮਣੇ ਹੈ। ਔਰ ਫਿਰ ਦੂਜੀ ਗੱਲ ਤੁਸੀਂ ਦੇਖੋ, ਗਵਰਨਰ ਤੇ ਚੀਫ ਮਿਨਿਸਟਰ ਦੇ ਵਿੱਚ ਕੰਟਰਾਡਿਕਸ਼ਨ ਦੇ ਕਈ ਕਾਰਨ ਨੇ। ਇੱਕ ਕਾਰਨ ਇਹੋ ਜਿਹਾ ਵੀ ਹੈ, ਇਹ ਕਾਰਨ ਵੀ ਹੈ, ਜਦੋਂ ਤੁਸੀਂ ਇੱਕ ਡਿਸਾਈਡ ਕਰ ਲੈਂਦੇ ਹੋ, ਚੀਫ ਮਿਨਿਸਟਰ ਡਿਸਾਈਡ ਕਰ ਲੇ ਤੇ ਗਵਰਨਰ ਡਿਸਾਈਡ ਕਰ ਲੇ ਕਿ ਤੁਹਾਨੂੰ ਆਹ ਬੰਦਾ ਚਾਹੀਦਾ, ਠੀਕ ਹੈ ਜੀ। ਗਵਰਨਰ ਨਾਰਮਲੀ ਇੰਟਰਵਿਊ ਲੈ ਲੈਂਦੇ ਨੇ ਵੀ ਮੇਰੇ ਫਿੱਟ ਹੈ ਬੰਦਾ ਜਾਂ ਨਹੀਂ ਹੈ ਫਿੱਟ, ਤੇ ਚੀਫ ਮਿਨਿਸਟਰ ਦਸਖਤ ਕਰ ਦਿੰਦੇ ਨੇ, ਗਵਰਨਰ ਅਪਰੂਵ ਕਰ ਦਿੰਦੇ ਨੇ। ਤੇ ਉਹਦੇ ਰਸਤੇ ਦੇ ਵਿੱਚ ਰੁਕਾਵਟ ਜਦੋਂ ਫਿਰ ਬਣਦੀ ਹੈ ਤਾਂ ਲਾਜ਼ਮੀ ਹੈ, ਇੱਕ ਤਾਂ ਗਵਰਨਰ ਦੇ ਕੋਲ ਵੀ ਮੈਸੇਜ ਜਾਊਗਾ ਵੀ ਚੀਫ ਮਿਨਿਸਟਰ ਕੁਛ ਨਹੀਂ ਹੈ, ਇਹਨਾਂ ਦੀ ਕੋਈ ਨਹੀਂ ਚੱਲਦੀ, ਐਕਚੁਅਲੀ ਚੀਫ ਮਿਨਿਸਟਰ ਹੋਰ ਹੈ। ਤਾਂ ਸ਼ਾਇਦ ਗਵਰਨਰ ਉਹ ਜਿਹਾ ਚਿੱਠੀਆਂ ਬਾਰ-ਬਾਰ ਕੱਢ ਕੇ ਉਹ ਵੀ ਗੱਲ ਕਰਨਗੇ ਵੀ ਜਾਂ ਤਾਂ ਚੀਫ ਮਿਨਿਸਟਰ ਸਾਈਡ ਕਰੇ। ਤਾਂ ਚੀਫ ਮਿਨਿਸਟਰ ਦੀ ਜਲਾਲਤ ਉਹਦੇ ਸਾਹਮਣੇ ਪੈਦਾ ਕੌਣ ਕਰ ਰਿਹਾ? ਉਹਦੀ ਆਪਣੀ ਪਾਰਟੀ, ਆਪਣੇ ਬੌਸ ਔਰ ਆਪਣੇ ਦਿੱਲੀ ਦੇ ਵਿੱਚ ਬੈਠੇ ਜਿਹੜੇ ਲੋਕ ਨੇ ਉਹ। ਔਰ ਇਸ ਤਰੀਕੇ ਦੇ ਨਾਲ ਫਾਰਸਬਾਜ਼ੀ ਵਿੱਚ ਪੈ ਕੇ ਉਦੋਂ ਬਾਅਦ ਚੀਫ ਮਿਨਿਸਟਰ ਨੂੰ ਹੀ ਮਜਬੂਰ ਹੋਣਾ ਪੈਂਦਾ ਹੈ ਆਪਣਾ ਫੈਸਲਾ ਵਾਪਸ ਲੈਣ ਦੇ ਲਈ। ਤਾਂ ਕੋਈ ਬਿਊਰੋਕਰੇਟ ਕਿਹਦੇ ਕੋਲ ਜਾਏਗਾ ਫਿਰ? ਬਾਰ-ਬਾਰ ਕਿੱਥੇ ਜਾਏਗਾ? ਹੁਣ ਇਹ ਤਾਜ਼ੀ ਘਟਨਾ ਤੁਹਾਡੇ ਸਾਹਮਣੇ ਹੈ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਲੱਗਣ ਦਾ ਸਵਾਲ ਸੀਗਾ। 100 ਤੋਂ ਜ਼ਿਆਦਾ ਅਰਜ਼ੀਆਂ ਆਈਆਂ, ਹੋਰ ਬਥੇਰੇ ਲੋਕ ਸੀ। ਨਾਰਮਲੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਅਕੈਡਮਿਸ਼ਨ ਲੱਗਦਾ ਰਿਹਾ। ਇੱਕ ਅਪਵਾਦ ਸੀਗਾ ਉਹ ਕਾਂਗਰਸ ਦੇ ਵੇਲੇ ਵੀ ਇੱਕ ਰਾਜਸਥਾਨ ਕੇਡਰ ਦਾ ਆਈਏਐਸ ਅਫਸਰ ਜਿਹੜਾ ਲਾਇਆ, ਔਰ ਉਹ ਤਾਂ ਲਾਇਆ ਕਿਉਂਕਿ ਉਸ ਸਮੇਂ ਅਰੁਣਾ ਚੌਧਰੀ ਮਿਨਿਸਟਰ ਸੀਗੇ, ਐਜੂਕੇਸ਼ਨ ਉਹਦੇ ਕੋਲ ਸੀ, ਉਹਨੇ ਆਪਣੇ ਰਿਸ਼ਤੇਦਾਰ ਨੂੰ ਲਵਾਤਾ। ਉਹ ਇੱਕ ਟੈਕਨੀਕਲ ਉਹ ਮੁੱਦਾ ਵਿੱਚ ਸਭ ਦੇ ਸਾਹਮਣੇ ਦਿਖਾਈ ਦੇ ਰਿਹਾ ਸੀਗਾ ਬੋਲ ਕੇ। ਤੇ ਅੱਜ ਇੰਨੇ ਬੰਦਿਆਂ ਚੋਂ ਅਕਾਦਮਿਸ਼ਨ ਪੰਜਾਬ ਚੋਂ ਜਾਂ ਪੰਜਾਬ ਚੋਂ ਜਿਹੜੇ ਬੰਦੇ ਨੇ ਪੰਜਾਬ ਦੀ ਸਮਝਣ ਵਾਲੇ, ਉਹਦੀ ਨਬਜੇ ਡਿਊਟੀ ਕੇਡਰ ਦੇ 1986 ਬੈਚ ਦੇ ਅਫਸਰ ਨੇ ਜਿਨ੍ਹਾਂ ਨੂੰ ਲਾਇਆ ਮੈਡਮ ਨੂੰ ਉਸ ਮਾਮਲੇ 'ਚ, ਤਾਂ ਉਹ ਸੈਂਟਰਲਾਈਜੇਸ਼ਨ ਦੀ ਪਾਵਰ ਉਹ ਕਿੱਥੋਂ ਆਉਂਦੀ ਹੈ, ਕਿਹਦੇ ਥਰੂ ਲੱਗੇ, ਕਿਵੇਂ ਲੱਗੇ? ਇਹ ਬਹੁਤ ਬੜਾ ਕੁਐਸਚਨ ਹੈ ਕਿ ਪੰਜਾਬ ਤੋਂ ਤੁਹਾਨੂੰ ਬੰਦਾ ਕਿਉਂ ਨਹੀਂ ਮਿਲ ਰਿਹਾ ਉਸ ਮਾਮਲੇ ਦੇ ਵਿੱਚ। ਅੱਛਾ, ਇਹਦੇ ਚ ਸਰਦਾਰ ਹਮੀਰ ਸਿੰਘ ਜੀ ਤੁਹਾਡੀ ਗੱਲ ਨਾਲ ਗੱਲ ਜੋੜ ਦਿਆਂ। ਇਹਦੇ ਚ ਇੱਕ ਖੂਬਸੂਰਤੀ ਆ, ਉਹਨੂੰ ਜਵਾਨ ਦਿਓ। ਖੂਬਸੂਰਤੀ ਇਹ ਆ ਕਿ ਜਦੋਂ ਸਿਰੇ ਦੀ ਲੜਾਈ ਦੇ ਦੀ ਹੋ ਰਿਹਾ ਸੀਗਾ ਗਵਰਨਰ ਮੁੱਖ ਮੰਤਰੀ ਦੇ ਵਿੱਚ, ਉਸੇ ਵੇਲੇ ਇਸ ਨੋਟੀਫਿਕੇਸ਼ਨ ਤੇ ਗਵਰਨਰ ਸਾਹਿਬ ਦੀ ਪ੍ਰਸੰਨਤਾ ਦਿਸ ਰਹੀ ਹੈ। ਉਹ ਨੋਟੀਫਿਕੇਸ਼ਨ ਤੇ ਲਿਖਿਆ ਗਵਰਨਰ ਸਾਹਿਬ ਨੂੰ ਬੇਹੱਦ ਪ੍ਰਸੰਨਤਾ ਹੋ ਰਹੀ ਹੈ। ਗਵਰਨਰ ਸਾਹਿਬ ਕੋਲੇ ਜੇ ਕੋਈ ਪੈਨਲ ਗਿਆ ਸੀ, ਉਹਦੇ ਵਿੱਚ ਉਹਨਾਂ ਨੂੰ ਵੀ ਪਤਾ ਸੀਗਾ ਕਿ ਇਹ ਪੰਜਾਬ ਦੀ ਸੰਸਕ੍ਰਿਤੀ, ਪੰਜਾਬ ਦੇ ਇਸ ਧਰਾਤਲ ਤੋਂ ਜੇ ਕੋਈ ਬੰਦਾ ਲਾਇਆ, ਉਹ ਆਬਜੈਕਟ ਕਰ ਸਕਦੇ ਸੀ। ਇਹਦਾ ਮਤਲਬ ਹੈ ਕਿ ਜਿੱਥੇ ਜਿੱਥੇ ਮੈਨੇਜ ਹੋ ਜਾਂਦੀਆਂ ਚੀਜ਼ਾਂ, ਗਵਰਨਰ ਸਾਹਿਬ ਨੂੰ ਮਨਾ ਲਿਆ ਗਿਆ ਉਹਨਾਂ ਦੇ, ਕਿਉਂਕਿ ਜੇ ਕੋਈ ਫਾਈਲ ਲੈ ਕੇ ਗਿਆ ਜਾਂ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨਾਲ ਗੱਲ ਕਰ ਲਈ ਜਾਂ ਕਿਸੇ ਹੋਰ ਪੱਧਰ ਤੇ ਗੱਲ ਹੋ ਗਈ, ਗਵਰਨਰ ਸਾਹਿਬ ਨੇ ਤੁਰੰਤ ਦੇਣੇ ਇਹਨੂੰ ਕਲੀਅਰ ਕਰਤਾ। ਇੱਥੇ ਵਿਵਾਦ ਕਿਉਂ ਨਹੀਂ ਹੋਇਆ? ਮੈਨੂੰ ਤਾਂ ਲੱਗਦਾ ਇੱਥੇ ਚੀਫ ਮਿਨਿਸਟਰ ਦੀ ਨਹੀਂ ਚੱਲੀ ਨਾ, ਇੱਥੇ ਵੀ ਉੱਪਰ ਦਿੱਲੀ ਦੀ ਜਿਹੜੀ ਇਕੁਏਸ਼ਨ ਹੈ ਆਪਸ ਦੇ ਵਿੱਚ ਉਹ ਚੱਲ ਰਹੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਉਹ ਸਾਰੇ ਮਾਮਲੇ ਦੇ ਵਿੱਚੋਂ ਜਦੋਂ ਤੁਸੀਂ ਕੋਈ ਫਾਈਲ ਕਲੀਅਰ ਕਰਦੇ ਹੋ, ਚੀਫ ਮਿਨਿਸਟਰ ਦੀਆਂ ਫਾਈਲਾਂ ਕਈ ਪਈਆਂ ਵੀ ਰਹਿੰਦੀਆਂ ਨੇ ਉੱਥੇ ਬੜੀ ਦੇਰ, ਹਜੇ ਤੱਕ ਇਹਨਾਂ ਦਾ ਆਪਸੀ ਤਾਲਮੇਲ ਉਵੇਂ ਨਹੀਂ ਹੋਇਆ ਉਹਨਾਂ ਜਿੰਨਾ ਹੋਣ ਦੀ ਲੋੜ ਹੁੰਦੀ ਹੈ ਕਿਉਂਕਿ ਉਸ ਪੱਧਰ ਦੇ ਉੱਤੇ। ਪਰ ਨਾਲ ਦੀ ਨਾਲ ਇੱਕ ਗੱਲ ਜ਼ਰੂਰ ਹੈ ਕਿ ਜਿਹੜੇ ਇਹ ਸਾਖਸਾਤ ਰੂਪ ਦੇ ਵਿੱਚ ਦਿਖ ਰਹੀਆਂ ਚੀਜ਼ਾਂ ਨੇ, ਪ੍ਰਤੱਖ ਰੂਪ ਦੇ ਵਿੱਚ ਦਿਖ ਰਹੀਆਂ ਚੀਜ਼ਾਂ ਨੇ, ਦਖਲ ਅੰਦਾਜ਼ੀ ਰਾਜ ਸਭਾ ਮੈਂਬਰਾਂ ਤੋਂ ਲੈ ਕੇ ਚਰਚਾ ਚੱਲ ਰਹੀ ਸੀ ਕਿ ਰਾਜ ਸਭਾ ਮੈਂਬਰ ਕਿੱਥੋਂ ਆਏ ਨੇ, ਕਿਉਂ ਆਏ ਨੇ, ਪੰਜਾਬ ਚੋਂ ਕਿਉਂ ਨਹੀਂ ਇਹੋ ਜਿਹਾ ਜਿਹੜਾ ਰਾਜ ਸਭਾ 'ਚ ਜਾ ਕੇ ਤੁਹਾਡੀ ਗੱਲ ਕਰ ਸਕੇ। ਉਦੋਂ ਬਾਅਦ ਦੀਆਂ ਲਗਾਤਾਰ ਅਪੁਆਇੰਟਮੈਂਟਾਂ ਦਾ ਮਤਲਬ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੇ ਕੰਨ ਤੇ ਕੋਈ ਜੂ ਨਹੀਂ ਸਰਕਦੀ ਕਿ ਪੰਜਾਬ ਕਿਹੋ ਜਿਹੀ ਸੈਂਸਿਟਿਵ ਸਟੇਟ ਹੈ, ਕਿਹੋ ਜਿਹੀ ਸੰਵੇਦਨਸ਼ੀਲਤਾ ਤੇ ਕਿਸ ਲੈਵਲ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਔਰ ਆਪਣੇ ਇਹ ਚੀਫ ਮਿਨਿਸਟਰ ਨੂੰ ਜਿਸ ਢੰਗ ਨਾਲ, ਔਰ ਚੀਫ ਮਿਨਿਸਟਰ ਨੇ ਕੁਝ ਗੱਲਾਂ ਤੇ ਆਪਾਂ ਨੂੰ ਦਿਖਾਈ ਦਿੰਦਾ ਸ਼ਾਇਦ ਅਸਰਟ ਕੀਤਾ, ਉਹਨਾਂ ਕਿਹਾ ਮੇਰੇ ਕੋਲ ਫਾਈਲ ਆ ਗਈ, ਫਿਰ ਸ਼ਾਇਦ
ਮੈਂ ਰਾਘਵ ਚੱਡੇ ਦੀ ਨਹੀਂ ਕੱਢਦਾ, ਮੈਂ ਨਵਰ ਅਗਰਵਾਲ ਦੀ ਨਹੀਂ ਕੱਢਦਾ, ਪਰ ਹਾਂ। ਇਦੋਂ ਵੱਡੀਆਂ ਨਿਯੁਕਤੀਆਂ ਹੋਰ ਤਰੀਕੇ ਦੀਆਂ ਹੋ ਰਹੀਆਂ ਨੇ। ਗ੍ਰਿਪ ਪ੍ਰਸ਼ਾਸਨ ਤੇ ਜਿੰਨਾ ਚਿਰ ਚੀਫ ਮਿਨਿਸਟਰ ਦੀ ਨਹੀਂ ਰਹੇਗੀ। ਔਰ ਦੂਜੀ ਗੱਲ, ਬਿਊਰੋਕ੍ਰੇਸੀ ਦਾ ਇੱਕ ਤਰੀਕਾਕਾਰ ਦੇਖੋ, ਔਰ ਮੰਨਿਆ ਜਾ ਰਿਹਾ ਕਿ ਅਫਸਰਾਂ ਨੇ ਆਪਸ ਚ ਚਲਾਉਣਾ ਸੀ। ਵੇਨੂ ਪ੍ਰਸਾਦ ਸੀਗੇ, ਉਹ ਚੀਫ ਮਿਨਿਸਟਰ ਦੇ ਕੌਨਫੀਡੈਂਸ ਚ ਚਲੇ ਗਏ। ਅਪਾਇੰਟਮੈਂਟ ਉਹਨਾਂ ਦੀ ਵੀ ਇਹੀ ਮੰਨੀ ਜਾਂਦੀ ਹੈ ਕਿ ਉਹ ਦਿੱਲੀ ਦੇ ਥਰੂ ਹੋਈ ਆ ਉਸ ਪੱਧਰ ਦੇ। ਤਾਂ ਇੱਕ ਦੂਸਰੇ ਅਫਸਰ ਜਿਹੜੇ ਚੂਜ਼ ਕਰਕੇ ਲਾਏ ਚੀਫ ਸੈਕਟਰੀ ਇਹਦਾ ਮਤਲਬ ਟੋਟਲੀ ਹੁਣ ਮਤਲਬ ਹਾਈ ਕਮਾਂਡ ਜਿਹੜੀ ਆ ਆਮ ਆਦਮੀ ਪਾਰਟੀ ਦੀ, ਉਹਦੇ ਨਾਲ ਹਮਨਵਿੰਗ ਚ ਹੋ ਗਏ ਨੇ ਟੋਟਲੀ। ਚੀਫ ਮਿਨਿਸਟਰ ਦੀ ਇੱਛਾ ਦੇ ਖਿਲਾਫ ਜੇਕਰ ਉਹ ਫਾਈਲਾਂ ਰੱਖਦੇ ਨੇ, ਜੇਕਰ ਉੱਥੇ ਜਾ ਤੱਕ ਦੀ ਉਮੀਦ ਕਰਦੇ ਨੇ ਕਿ ਉੱਪਰੋਂ ਕੋਈ ਡਿਕਟੇਟ ਕਰੇਗਾ ਤਾਂ ਕਰਾਂਗੇ, ਤਾਂ ਇਹ ਬਹੁਤ ਵੱਡਾ ਦੋ ਹੈਡ ਨੇ ਆਪਣੀ ਗਵਰਨਮੈਂਟ ਨੇ। ਪ੍ਰਸ਼ਾਸਨਿਕ ਹੈਡ, ਇੱਕ ਪੋਲੀਟੀਕਲ ਹੈਡ ਦੇ ਤੌਰ ਤੇ ਚੀਫ ਮਿਨਿਸਟਰ ਤੇ ਪ੍ਰਸ਼ਾਸਨਿਕ ਹੈਡ ਦੇ ਤੌਰ ਤੇ ਚੀਫ ਸੈਕਟਰੀ ਨੇ। ਤੇ ਜੇ ਦੋਨਾਂ ਦੇ ਵਿੱਚ ਵੀ ਉਹੀ ਜੀ ਇਕੁਏਸ਼ਨ ਨਾ ਰਹੇ, ਉਹ ਜਿਹਾ ਤਾਲਮੇਲ ਨਾ ਰਹੇ, ਤਾਂ ਬੜਾ ਤੁਸੀਂ ਦੇਖ ਲਓ ਪ੍ਰਸ਼ਾਸਨ ਚੱਲਣਾ ਕਿਵੇਂ ਹੈ, ਜਾਂ ਡੇ ਟੂ ਡੇ ਦੇ ਆਰਡਰ ਹੋਣੇ ਕਿਵੇਂ ਨੇ, ਜਾਂ ਬਾਕੀ ਦੀਆਂ ਚੀਜ਼ਾਂ ਕਿਵੇਂ ਚੱਲਣੀਆਂ। ਜੀ ਸਰਦਾਰ ਹਰਮੀਤ ਸਿੰਘ ਜੀ, ਮੈਂ ਯਤਨ ਪਹਿਲਾਂ ਮੇਰਾ ਮਨ ਸੀ ਚੀਫ ਸੈਕਟਰੀ ਸਾਹਿਬ ਨੂੰ ਨੌਕ ਕਰੀਏ ਜਾਣਨ, ਫਿਰ ਮੈਂ ਕਿਹਾ ਉਹਨਾਂ ਕੋਲੋਂ ਸ਼ਾਇਦ ਉਹਨਾਂ ਨੂੰ ਕਿਉਂ ਇਹੋ ਜਿਹੀ ਸਥਿਤੀ ਚ ਪਾਉਣਾ ਹੈ, ਕਿਉਂਕਿ ਕਹਿਣ ਲਈ ਸ਼ਾਇਦ ਉਹਨਾਂ ਕੋਲ ਕੁਝ ਹੋਵੇ। ਪਹਿਲਾਂ ਇਹ ਪੁਲ ਦਾ ਕੰਮ ਕਰ ਰਹੇ ਸੀਗੇ, ਲੇਕਿਨ ਇਹਨਾਂ ਦਿਨਾਂ ਚ ਜਿਸ ਤਰ੍ਹਾਂ ਦੀਆਂ ਪਰਿਸਥਿਤੀਆਂ ਨੇ, ਪਤਾ ਲੱਗਿਆ ਕਿ ਇਹ ਵੇਨੂ ਪ੍ਰਸ਼ਾਦ ਨੇ ਆਪਣੇ ਆਪ ਨੂੰ ਕਾਫੀ ਹੱਦ ਤੱਕ ਪਿੱਛੇ ਖਿੱਚ ਲਿਆ। ਇਹ ਵੇਨੂ ਪ੍ਰਸ਼ਾਦ ਹੁਣ ਬਦਲੀਆਂ ਦੇ ਝਮੇਲੇ ਚ, ਬਿਊਰੋਕ੍ਰੇਸੀ ਦੇ ਮਾਮਲੇ ਚ ਨਹੀਂ ਪੈ ਰਹੇ, ਇਹ ਗੱਲ ਅੰਦਰੋਂ ਆ ਰਹੀ ਹੈ। ਦੂਜਾ ਸਵਾਲ ਇਹ ਆ ਕਿ ਜਿਹੜੇ ਗੁੱਡ ਬੁੱਕਸ ਵਿੱਚ ਸੀ, ਜਿਹੜੇ ਅੱਖਾਂ ਦੇ ਤਾਰੇ ਸੀ, ਹੈਂਡਪਿਕ ਜਿਹਨਾਂ ਨੂੰ ਤੁਸੀਂ ਕਹਿੰਦੇ ਹੋ, ਆਪ ਚੁਣ ਕੇ ਲਿਆਂਦੇ ਸੀਗੇ। ਮੈਂ ਜ਼ਿਕਰ ਕਰ ਰਿਹਾ ਇਸ ਵੇਲੇ ਲੋਕ ਸੰਪਰਕ ਦੇ ਮੁੱਖ ਸਕੱਤਰ ਸਾਹਿਬ ਦੀ, ਜਿਹੜੇ ਖੁਰਾਕ ਸਪਲਾਈ ਦੇ ਨਾਲ ਵੀ ਜੁੜੇ ਹੋਏ ਆ। ਉਹਨਾਂ ਕੋਲ ਦਿੱਲੀ ਦਾ ਚਾਰਜ ਵੀ ਆ, ਉਹਨਾਂ ਦੀ ਧਰਮ ਸੁਪਤਨੀ ਪ੍ਰਿੰਸੀਪਲ ਸੈਕਟਰੀ ਨੇ ਗਵਰਨਰ ਸਾਹਿਬ ਦੇ। ਹੁਣ ਇਹ ਵੀ ਪਤਾ ਲੱਗਿਆ ਕਿ ਗਵਰਨਰ ਔਰ ਪੰਜਾਬ ਸਰਕਾਰ ਦੇ ਵਿੱਚ ਜਿਹੜੇ ਮਨਮੁਟਾਵ ਹੋਏ ਆ, ਉਹਨਾਂ ਨੂੰ ਠੀਕ ਹੈਂਡਲ ਨਾ ਕਰਨ ਕਰਕੇ ਉਹਨਾਂ ਨਾਲ ਵੀ ਨਾਰਾਜ਼ਗੀ ਚੱਲ ਰਹੀ ਹੈ, ਜਿਹੜੇ ਗਵਰਨਰ ਹਾਊਸ ਦੇ ਵਿੱਚ ਬੈਠੇ ਆ। ਔਰ ਇਸ਼ਤਿਹਾਰਾਂ ਦੇ ਜਾਰੀ ਕਰਨ ਨੂੰ ਲੈ ਕੇ ਰਾਹੁਲ ਭੰਡਾਰੀ ਵੀ ਨਿਸ਼ਾਨੇ ਤੇ ਆਏ ਹੋਏ ਆ। ਸੋ ਇੱਥੇ ਜਿੰਨਾ ਚਿਰ ਤੁਸੀਂ ਵਾਰਾ ਖਾਂਦੇ ਰਹੋਗੇ ਉਹਨਾਂ ਚਿਰ ਇਹ ਪੋਲਿਟਿਕਸ ਬੜੀ ਅਜੀਬੋ ਗਰੀਬ ਆ। ਇੱਕ ਲਾਸਟ ਜ਼ਬਾਨ ਇਹਨੂੰ ਦਿਓ, ਭਾਸਕਰ ਸਾਹਿਬ ਵੱਲ ਚੱਲੀਏ, ਬੜੀ ਦੇਰ ਦੇ ਸ਼ਾਂਤ ਬੈਠੇ ਆ। ਨਹੀਂ, ਵੈਸੇ ਤਾਂ ਇਹ ਹੈ ਕਿ ਕੰਪੀਟੈਂਸੀ ਹੋਣੀ ਚਾਹੀਦੀ, ਤੇ ਇੱਧਰ ਵੀ ਪਤੀ ਵੀ ਇੱਕ ਇੰਪੋਰਟੈਂਟ ਆ ਉਹਦੇ ਤੇ, ਤੇ ਪਤਨੀ ਗਵਰਨਰ ਸਾਹਿਬ ਦੇ ਸੈਕਟਰੀ ਨੇ। ਸੈਕਟਰੀ ਦਾ ਤਾਂ ਬਹੁਤ ਬੜਾ ਰੋਲ ਹੁੰਦਾ, ਜਿਵੇਂ ਪ੍ਰਿੰਸੀਪਲ ਸੈਕਟਰੀ ਤੋਂ ਸੀਐਮ ਦਾ ਹੁੰਦਾ ਹੈ, ਤੇ ਸਰਕਾਰ ਦੇ ਵਿੱਚ ਤਾਲਮੇਲ ਕਰਾਉਣ ਦੇ ਵਿੱਚ ਉਹ ਸਾਰੇ ਨੇ। ਔਰ ਦੂਜਾ ਗਵਰਨਮੈਂਟ ਦਾ ਸਗੋਂ ਇਦੋਂ ਕਰਤਾ, ਉਹ ਪੰਜਾਬ ਭਵਨ ਦਾ ਉੱਥੇ ਚਾਰਜ ਵੀ ਕੇ ਸਿਵਾ ਪ੍ਰਸਾਦ ਨੂੰ ਹੀ ਦਿੱਤਾ ਸੀ, ਤੇ ਉਹ ਚੱਕ ਕੇ ਮੈਡਮ ਭੰਡਾਰੀ ਨੂੰ ਦਿੱਤਾ ਹੈ, ਉਹ ਜਿਹੜਾ ਬਾਕੀ ਵੀ ਹੈ ਜਿਹੜਾ ਉਸ ਲੈਵਲ ਤੇ ਚਾਰਜ। ਔਰ ਉਹ ਚੀਜ਼ਾਂ ਚੱਲਦੀਆਂ ਨੇ, ਪਰ ਜਦੋਂ ਤੁਸੀਂ ਕੰਪੀਟੈਂਸੀ ਉਸ ਲੈਵਲ ਦੀ ਨਹੀਂ ਦਿਖਾਓਗੇ, ਗਵਰਨਮੈਂਟ ਦੇ ਵਿੱਚ ਜਿਹੜੀਆਂ ਆਪਸ ਦੇ ਵਿੱਚ ਕੋਈ ਬੇਤਰਤੀਬੀ ਹੈ, ਕੋਈ ਬੇਭਰੋਸਗੀ ਹੈ, ਉਹਦੇ ਚ ਯੋਗਤਾ ਨਾਲ ਕੰਮ ਨਹੀਂ ਕਰੋਗੇ, ਤਾਂ ਬਹੁਤਾ ਸਮਾਂ ਨਹੀਂ ਮੇਰੇ ਖਿਆਲ ਚੱਲ ਸਕਦੇ ਤੁਸੀਂ ਉਸੇ ਰਫਤਾਰ ਤੇ ਜਿਹੜੀ ਤੇ ਚੱਲਣਾ ਚਾਹੋਗੇ ਕਿ ਮੈਂ ਉਸੇ ਅਹੁਦੇ ਤੇ ਜਾਂ ਉਸੇ ਤਰੀਕੇ ਨਾਲ ਚੱਲੂ। ਕਿਉਂਕਿ ਲੋਕ ਦੇਖਦੇ ਨੇ, ਲੋਕਾਂ ਦੇ ਜਿਹੜੇ ਪ੍ਰੈਸ਼ਰ ਨੇ, ਤੁਸੀਂ ਦੇਖੋ ਜਿਹੜੇ ਬਾਰ-ਬਾਰ ਧਰਨੇ, ਮੁਜ਼ਾਹਰੇ, ਅਲਮ ਜਿੰਨੀਆਂ ਚੀਜ਼ਾਂ ਹੋ ਰਹੀਆਂ ਨੇ, ਅਜੇ ਉਹ ਬਹੁਤ ਹਵਾ 'ਚ ਲਟਕ ਰਹੀਆਂ ਚੀਜ਼ਾਂ ਨੇ। ਜੀਰਾ ਫੈਕਟਰੀ ਹੋਵੇ, ਹਵਾ 'ਚ ਲਟਕ ਰਹੀ ਹੈ। ਬਾਈਬਲ ਵਾਲਿਆਂ ਨੇ ਕੱਲ ਫੇਰ ਸੜਕ ਜਾਮ ਕਰਤੀ, ਬਾਕੀ ਚੀਜ਼ਾਂ ਹੋ ਗਈਆਂ। ਉਹਨਾਂ ਵੱਲ ਧਿਆਨ ਕਦੋਂ ਹੋਊਗਾ ਜੇ ਆਪਸ 'ਚ ਅਫਸਰਾਂ ਦੀ ਲੜਾਈ ਲੜੂਗੀ, ਤੇ ਬਾਕੀ ਦੀਆਂ ਸਮੱਸਿਆਵਾਂ ਵੱਲ ਧਿਆਨ ਕਿਹਨੇ ਦੇਣਾ? ਸਵਾਲ ਇਹ ਵੀ ਹੈ, ਹਾਸਾ ਠੱਠਾ ਹੀ ਹੈ, ਐਵੇਂ ਦੋਸਤੋ ਮਨ ਤੇ ਨਾ ਲਾਇਓ। ਦਿੱਲੀ ਦੇ ਵਿੱਚ ਰਹਿ ਰਵਾ ਕੇ ਪੰਜਾਬ ਦਾ ਹੈ ਕੀ ਹੈ? ਪੰਜਾਬ ਭਵਨ ਹੀ ਤਾਂ ਹੋਊਗਾ, ਇੱਕ ਦੋ ਰਹਿਸ਼ਾਂ ਹੋਣਗੀਆਂ, ਉਹੀ ਤਾਂ ਦਿੱਲੀ ਦੀ ਸੱਤਾ ਵੀ ਆ। ਸਾਡਾ ਬੰਦਾ ਉਹ ਰਾਤ ਰਹਿ ਜਾਊ, ਇੱਥੇ ਦੋਵਾਂ ਬੰਦਿਆਂ ਲਈ ਖਾਣਾ ਭੇਜ ਦਿਓ, ਇਹੋ ਜਿਹੇ ਨਿੱਕੇ ਮੋਟੇ ਬਗਾਰਾ ਹੁੰਦੀਆਂ। ਭਾਸਕਰ ਸਾਹਿਬ, ਅੱਛਾ ਇੱਕ ਚੀਜ਼ ਲਾਸਟ ਮੈਂ ਕਹਿਣੀ ਚਾਹੂੰਗਾ, ਪੰਜਾਬ ਦੀ ਬਿਊਰੋਕ੍ਰੇਸੀ 'ਚ ਬੇਚੈਨੀ ਕਿਉਂ? ਮੁੱਖ ਮੰਤਰੀ ਸਾਹਿਬ ਨੂੰ ਧਿਆਨ ਦੇਣ ਦੀ ਲੋੜ ਹੈ। ਇਹ ਖਬਰ ਨੂੰ ਅਸੀਂ ਪੋਜ਼ਿਟਿਵ ਵੇ ਨਾਲ ਲੈਣਾ ਚਾਹੁੰਦੇ ਹਾਂ ਕਿ ਜਿਹੜੇ ਲੋਕ ਜਾਣਾ ਚਾਹੁੰਦੇ ਆ ਉਹਨਾਂ ਨੂੰ ਜਾਣੋ, ਉਹਨਾਂ ਦੇ ਨਾਲ ਬੈਠੋ। ਕਿਉਂ? ਉਹਨਾਂ ਦੀ ਪਰੇਸ਼ਾਨੀ ਕੀ ਹੈ? ਉਹਨਾਂ ਨੂੰ ਵੱਧ ਪਾਵਰ ਸੈਂਟਰਸ ਦੀ ਸਮੱਸਿਆ, ਉਹਨਾਂ ਨੂੰ ਸਰਕਾਰ ਦਾ ਬੈਕਅਪ ਨਹੀਂ ਮਿਲ ਰਿਹਾ, ਉਹਨਾਂ ਨੂੰ ਸਰਕਾਰ ਬੈਕ ਨਹੀਂ ਕਰ ਰਹੀ। ਸਰਕਾਰ ਦੇ ਨਜ਼ਰੀਏ ਤੋਂ ਉਹਨਾਂ ਨੂੰ ਕਿੱਥੇ ਸਪੋਰਟ ਦੀ ਲੋੜ ਹੈ, ਸਹਿਯੋਗ ਦੀ ਲੋੜ ਆ, ਪੁੱਛੋ। ਪ੍ਰਸ਼ਾਸਨਿਕ ਹੈਡ ਉਹਨਾਂ ਨੂੰ ਕਿਉਂ ਨਹੀਂ ਭਰੋਸੇ 'ਚ ਲੈ ਰਹੇ? ਇਹ ਜਿਹੜੀ ਵਿਸ਼ਵਾਸਯੋਗਤਾ ਹੈ, ਇਹ ਆਪਸ ਵਿੱਚ ਕਿਉਂ ਤਿੜਕ ਰਹੀ ਹੈ? ਭਾਸਕਰ ਸਾਹਿਬ, ਇਹਦੇ ਉੱਤੇ ਤੁਸੀਂ ਟਿੱਪਣੀ ਤਾਂ ਜ਼ਰੂਰ ਦਿਓਗੇ, ਮੈਨੂੰ ਪਤਾ ਦਿਓ। ਜਿੱਥੇ ਤੱਕ ਗੱਲ ਹੈਗੀ ਹੈ ਕਿ ਘਰ ਦੇ ਵਿੱਚ ਡਿਸਆਰਡਰ ਹੋ ਜਾਏ, ਹੁਣ ਸਰਕਾਰ ਦੀ ਸਥਿਤੀ ਕੀ ਹੈ? ਡਬਲ ਪਾਵਰ ਸੈਂਟਰ ਦੀ ਆਪਾਂ ਗੱਲਾਂ ਕਰ ਰਹੇ ਹਾਂ। ਆਈਏਐਸ ਆਫੀਸਰ ਸੈਂਟਰਲ ਡੈਪੂਟੇਸ਼ਨ ਦੇ ਉੱਤੇ ਜਾਣਾ ਚਾਹੁੰਦੇ ਨੇ। ਪੋਸਟਿੰਗ ਨੂੰ ਲੈ ਕੇ ਕੌਣ ਜ਼ਿਆਦਾ ਪਾਵਰਫੁਲ ਹੈ, ਔਰ ਖਾਸ ਕਰਕੇ ਚੀਫ ਸੈਕਟਰੀ ਵਾਸਤੇ ਬਹੁਤ ਮੁਸ਼ਕਿਲ, ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਉਹ ਪੁਲ ਦਾ ਕੰਮ ਕਰਨਾ ਚਾਹੁੰਦੇ ਸੀ ਜਾਂ ਕਰ ਰਹੇ ਸੀਗੇ, ਉਹ ਪੁਲ ਹੁਣ ਟੁੱਟ ਚੁੱਕਿਆ, ਕਿਉਂਕਿ ਦਿੱਲੀ ਵਾਲੇ ਕੁਝ ਹੋਰ ਕਹਿੰਦੇ ਨੇ, ਮੁੱਖ ਮੰਤਰੀ ਕੁਝ ਹੋਰ ਕਹਿੰਦੇ ਨੇ। ਪਿਛਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਉਹਨਾਂ ਨੇ ਬਤੌਰ ਮੁੱਖ ਮੰਤਰੀ ਕੁਝ ਫੈਸਲੇ ਲਿੱਤੇ
ਉਹਨਾਂ ਫੈਸਲਿਆਂ ਦੇ ਵਿੱਚੋਂ ਖਾਸ ਤੌਰ ਤੇ ਇਹ ਗੱਲ ਨਜ਼ਰ ਆ ਰਹੀ ਸੀ ਕਿ ਉਹ ਦਿੱਲੀ ਵਾਲਿਆਂ ਦੇ ਆਖੇ ਬਹੁਤੇ ਨਹੀਂ ਲੱਗ ਰਹੇ, ਖਾਸ ਕਰਕੇ ਸਰਾਰੀ ਉਹਨਾਂ ਨੂੰ ਕੈਬਨਿਟ ਤੋਂ ਬਾਹਰ ਕੱਢਣ ਦਾ ਫੈਸਲਾ ਉਹ ਕਾਫੀ ਟਾਈਮ ਤੱਕ ਪੈਂਡਿੰਗ ਰਿਹਾ। ਫਿਰ ਮੁੱਖ ਮੰਤਰੀ ਨੇ ਹੀ ਫੈਸਲਾ ਕਰਕੇ ਕੈਬਨਿਟ ਤੋਂ ਕੱਢਿਆ। ਜੀਰਾ ਫੈਕਟਰੀ ਨੂੰ ਬੰਦ ਕਰਨ ਦਾ ਫੈਸਲਾ ਉਹ ਵੀ ਉਹਨਾਂ ਨੇ ਅਫਸਰਾਂ ਨੂੰ ਕੌਨਫੀਡੈਂਸ ਦੇ ਵਿੱਚ ਨਾ ਲੈਂਦੇ ਹੋਏ ਕੀਤਾ। ਇਹ ਵੀ ਇਹ ਦੇਖਿਆ ਜਾ ਸਕਦਾ ਹੈ ਕਿ ਉਹ ਮੁੱਖ ਮੰਤਰੀ ਦਾ ਆਪ ਦਾ ਫੈਸਲਾ ਸੀਗਾ। ਹੋਰ ਵੀ ਕਈ ਇਦਾਂ ਦੇ ਮੁੱਦੇ ਦੇ ਉੱਤੇ ਮੁੱਖ ਮੰਤਰੀ ਆਪ ਦੇ ਤੌਰ ਤੇ ਅੱਗੇ ਵਧਦੇ ਹੋਏ ਨਜ਼ਰ ਆਉਂਦੇ ਨੇ, ਜਿਹਦੇ ਕਰਕੇ ਇਹ ਜਿਹੜਾ ਪੁੱਲ ਹੈ, ਪੁੱਲ ਨੂੰ ਬੜੀ ਪਰੇਸ਼ਾਨੀ ਹੁੰਦੀ ਹੈ ਵੀ ਕਿੱਥੇ ਜਾਈਏ। ਨਵਲ ਅਗਰਵਾਲ ਦੀ ਫਾਈਲ ਦਿੱਲੀ ਤੋਂ ਹੁਕਮ ਆਉਂਦਾ ਵੀ ਅੱਗੇ ਤੋਰੋ, ਮੁੱਖ ਮੰਤਰੀ ਕਹਿੰਦੇ ਨੇ ਪਿੱਛੇ ਲੈ ਜਾਓ। ਪਿੱਛੇ ਲੈ ਜਾਣ ਤੋਂ ਬਾਅਦ ਕੋਈ ਹੋਰ ਅਪਾਇੰਟਮੈਂਟ ਆਉਂਦਾ ਹੈ, ਉਹਦੇ ਉੱਤੇ ਵੀ ਰੋਲਾ ਪੈਂਦਾ ਹੈ। ਗਵਰਨਰ ਸਾਹਿਬ ਜਿਹੜੀ ਚਿੱਠੀ ਲਿਖਦੇ ਨੇ, ਉਸ ਚਿੱਠੀ ਦੇ ਮੁੱਦੇ ਦੇ ਉੱਤੇ ਜਵਾਬ ਕੀ ਦੇਣਾ ਹੈ, ਉਹਦੇ ਵਿੱਚ ਕੋਈ ਗਲਤੀ ਹੋ ਜਾਏ ਤਾਂ ਮੁੱਖ ਮੰਤਰੀ ਰਿਸਪੌਂਸੀਬਲ ਹੈ। ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਅਫਸਰ ਦਿੱਲੀ ਜਾਣ ਦੀ ਗੱਲ ਕਰ ਰਹੇ ਹਨ, ਉਹ ਸਿਰਫ ਇਸ ਕਰਕੇ ਕਰ ਰਹੇ ਨੇ ਕਿ ਵੀ ਇੱਥੇ ਤੇ ਪਤਾ ਨਹੀਂ ਲੱਗਦਾ ਵੱਡਾ ਕੌਣ, ਦਿੱਲੀ ਵਾਲੇ ਕਿ ਮੁੱਖ ਮੰਤਰੀ। ਮੁੱਖ ਮੰਤਰੀ ਕਹਿੰਦੇ ਨੇ ਮੇਰਾ ਕਹਿਣਾ ਮੰਨੋ। ਇਹ ਸਾਰੀ ਗੱਲਾਂ ਦੇ ਵਿੱਚ ਆ ਜਿਹੜੀ ਪਿੱਛੇ ਰੇਡ ਪਈ ਹੈ ਬਠਿੰਡੇ ਦਿਹਾਤੀ ਐਮਐਲਏ ਦੇ ਖਿਲਾਫ, ਜਿੱਦਾਂ ਮੰਨਿਆ ਜਾ ਰਿਹਾ ਕਿ ਵੀ ਉਹ ਦਿਹਾਤੀ ਐਮਐਲਏ ਦੇ ਖਿਲਾਫ ਹੀ ਇੱਕ ਟ੍ਰੈਪ ਸੀਗਾ। ਉਸ ਮੁੱਦੇ ਦੇ ਉੱਤੇ ਵੀ ਮੁੱਖ ਮੰਤਰੀ ਕੰਸੈਂਟ ਦਿੰਦੇ ਨੇ। ਕੰਸੈਂਟ ਦੇਣ ਤੋਂ ਬਾਅਦ ਇਹ ਵੀ ਦੋਸ਼ ਮੁੱਖ ਮੰਤਰੀ ਦੇ ਉੱਤੇ ਜਾਂ ਸਰਕਾਰ ਦੇ ਉੱਤੇ ਹੀ ਲੱਗਦੇ ਨੇ ਕਿ ਬਚਾਇਆ ਜਾ ਰਿਹਾ ਐਮਐਲਏ ਨੂੰ। ਹੁਣ ਇਦਾਂ ਦੇ ਹਾਲਾਤ ਦੇ ਵਿੱਚ ਵਿਜੀਲੈਂਸ ਬਿਊਰੋ ਤੋਂ ਲੈ ਕੇ ਅਫਸਰਾਂ ਦੀ ਇੱਕ ਬੜੀ ਫਜ਼ੀਅਤ ਹੁੰਦੀ ਹੈ ਵੀ ਉਹ ਅੱਗੇ ਵੱਧ ਕੇ ਪਿੱਛੇ ਆਣਾ ਕਈ ਵਾਰ ਬਹੁਤ ਮੁਸ਼ਕਿਲ ਹੁੰਦਾ ਹੈ। ਇਹ ਹਾਲਾਤ ਇਸ ਸਰਕਾਰ ਦੇ ਬਣ ਗਏ ਨੇ। ਇਹ ਤੁਸੀਂ ਜਿਹੜੀ ਪਹਿਲੀ ਗੱਲ ਕੀਤੀ ਹੈ, ਮੈਂ ਉਹਦੇ 'ਚ ਇੱਕ ਲਾਈਨ ਜੋੜ ਕੇ ਅੱਗੇ ਵਧੂੰਗਾ ਸਰਦਾਰ ਹਮੀਰ ਸਿੰਘ ਹੋਣਾ ਵੱਲ ਫਿਰ ਤੋਂ। ਉਹਦੇ ਵਿੱਚ ਤੁਸੀਂ ਕਿਹਾ ਕਿ ਮੁੱਖ ਮੰਤਰੀ ਫੈਸਲੇ ਆਪ ਲੈ ਰਹੇ ਤੇ ਦਿੱਲੀ ਨੂੰ ਪਰੇਸ਼ਾਨੀ ਹੋ ਰਹੀ, ਔਰ ਉਹ ਪਰੇਸ਼ਾਨੀ ਦਾ ਨਜ਼ਲਾ ਕਿੱਥੇ ਡਿੱਗਿਆ? ਸੀਐਮਓ ਦੇ ਇੱਕ ਅਧਿਕਾਰੀ ਤੇ। ਹੁਣ ਚਲੋ ਨਾਮ ਹੀ ਲੈ ਦਈਏ, ਪਤਾ ਲੱਗਿਆ ਕਿ ਇਹ ਵੇਣੂ ਪ੍ਰਸ਼ਾਦ ਨੂੰ ਦਿੱਲੀ ਦੇ ਵੱਲੋਂ ਥੋੜਾ ਜਿਹਾ ਇਸ ਮਾਮਲੇ ਦੇ ਵਿੱਚ ਨਾਰਾਜ਼ਗੀ ਸ਼ੋਅ ਕੀਤੀ ਗਈ ਕਿ ਜਿਹੜੇ ਫੈਸਲੇ ਆ ਉਹ ਤੁਸੀਂ ਕਰਾ ਰਹੇ ਹੋ। ਮੈਂ ਇਹਨੂੰ ਤਸਦੀਕ ਨਹੀਂ ਕਰਦਾ, ਪਰ ਇਸ ਗੱਲ ਦੀ ਸਾਡੇ ਕੋਲ ਪੂਰੀ ਤਰ੍ਹਾਂ ਇਹ ਉਹਨਾਂ ਨੇ ਆਪਣੇ ਕਿਸੇ ਨੇੜਲੇ ਨਾਲ ਗੱਲ ਕੀਤੀ ਜਿਹੜੀ ਸਾਡੇ ਤੱਕ ਪਹੁੰਚੀ ਹੈ। ਭਾਸਕਰ ਸਾਹਿਬ, ਸਰਦਾਰ ਹਮੀਰ ਸਿੰਘ ਹੋਣਾ ਕੋਈ ਇੱਕ ਛੋਟੀ ਜਿਹੀ ਟਿੱਪਣੀ ਲੈ ਲਈਏ, ਫਿਰ ਤੁਸੀਂ ਉੱਤੇ ਅਗਲੀ ਗੱਲ ਜ਼ਰੂਰ ਕਰਿਓ। ਸਰਦਾਰ ਹਮੀਰ ਸਿੰਘ ਜੀ, ਜਦੋਂ ਬਠਿੰਡਾ ਦਿਹਾਤੀ ਦਾ ਐਮਐਲਏ ਗ੍ਰਿਫਤ ਵਿੱਚ ਆਉਂਦਾ ਬਚ ਜਾਂਦਾ ਹੈ ਤਾਂ ਮੁੱਢਲੇ ਤੌਰ ਤੇ ਤੁਸੀਂ ਵੀ ਜ਼ਿਕਰ ਕਰ ਰਹੇ ਸੀ ਕਿ ਐ ਲੱਗਦਾ ਜਿਵੇਂ ਟ੍ਰੈਪ ਥੱਲੇ ਲੱਗਿਆ ਸੀ, ਪਰ ਉਸੇ ਘੁੱਦੇ ਪਿੰਡ ਤੋਂ ਇੱਕ ਜਰਨਲਿਸਟ ਨੇ, ਰਿਨਾਊਂਡ ਜਰਨਲਿਸਟ ਨੇ, ਬਠਿੰਡਾ ਪ੍ਰੈਸ ਕਲੱਬ ਦੇ ਪ੍ਰਧਾਨ ਵੀ ਨੇ ਬਖਤੌਰ ਢਿੱਲੋਂ ਸਾਹਿਬ, ਉਹ ਉਸੇ ਪਿੰਡ ਤੋਂ ਆਉਂਦੇ ਆ ਔਰ ਉਹਨਾਂ ਦਾ ਇਹਨਾਂ ਘੇਰਿਆਂ 'ਚ ਚੰਗਾ ਅਸਰ ਰਸੂਖ ਹੈ। ਇਹ ਸਾਰੀ ਦੀ ਸਾਰੀ ਵਿਉਂਤਬੰਦੀ ਉੱਤੋਂ ਲੈ ਕੇ ਥੱਲੇ ਤੱਕ ਸੀ, ਜਿਸ ਤਰ੍ਹਾਂ ਦੀਆਂ ਨਸ਼ਰ ਹੋ ਰਹੀਆਂ ਖਬਰਾਂ। ਹੁਣ ਜੋ ਹਾਲਾਤ ਬਣੇ ਆ ਆਡੀਓ ਜਾਰੀ ਹੋਣ ਤੋਂ ਬਾਅਦ, ਬਾਕੀ ਚੀਜ਼ਾਂ, ਮੈਨੂੰ ਲੱਗਦਾ ਵਿਜੀਲੈਂਸ ਔਰ ਪੰਜਾਬ ਸਰਕਾਰ ਕੁੜਿੱਕੀ 'ਚ ਫਸ ਗਈ। ਹੁਣ ਐਮਐਲਏ ਨੂੰ ਸ਼ਾਮਲ ਤਫਤੀਸ਼ ਕੀਤੇ ਬਿਨਾਂ ਗੁਜ਼ਾਰਾ ਨਹੀਂ, ਤੇ ਜੇ ਕੋਈ ਤੱਥ ਤਸਦੀਕ ਹੁੰਦੇ ਆ ਤੇ ਜੇ ਗ੍ਰਿਫਤਾਰੀ ਨਾ ਕਰਦੇ ਤਾਂ ਜਲੰਧਰ ਦੇ ਵਿੱਚ ਇਹਨਾਂ ਨੂੰ ਲੈਣੇ ਤੇ ਦੇਣੇ ਪੈ ਸਕਦੇ। ਕੀ ਕਹਿੰਦੇ? ਬਿਲਕੁਲ, ਜੇਕਰ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ, ਜੇਕਰ ਇਹ ਹੈ ਕਿ ਚੀਫ ਡਾਇਰੈਕਟਰ ਵਿਜੀਲੈਂਸ ਨੂੰ ਵੀ ਪਤਾ ਸੀ, ਉਹ ਲੂਪ ਦੇ ਵਿੱਚ ਸੀ ਲੰਮੇ ਸਮੇਂ ਤੋਂ, ਕਹਿੰਦੇ ਨੇ ਕਈ ਮਹੀਨਿਆਂ ਤੋਂ, ਤਾਂ ਬਿਨਾਂ ਸ਼ੱਕ ਉਹਨਾਂ ਦਾ ਚੀਫ ਮਿਨਿਸਟਰ ਨਾਲ ਰਾਬਤੇ ਤੋਂ ਬਿਨਾਂ ਇਹ ਸੰਭਵ ਨਹੀਂ ਹੋਣਾ। ਤੇ ਜੇ ਉਹ ਸੰਭਵ ਨਹੀਂ ਤਾਂ ਐਮਐਲਏ ਬਚਿਆ ਨਹੀਂ, ਬਚਾਇਆ ਗਿਆ। ਫਿਰ ਚੀਫ ਮਿਨਿਸਟਰ ਤੋਂ ਉੱਪਰ ਦੀ ਅਥਾਰਟੀ ਕੌਣ ਹੈ ਜਿਹੜੀ ਬਚਾ ਰਹੀ ਹੈ? ਇਟ ਮੀਨ ਇਹਦੀ ਤਾਰ ਵੀ ਦਿੱਲੀ ਨਾਲ ਜੁੜੂਗੀ ਕਿਸੇ ਨਾ ਕਿਸੇ ਰੂਪ 'ਚ, ਇਹਦੀ ਤਾਰ ਵੀ ਪਾਰਟੀ ਨਾਲ ਜੁੜੂਗੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾ ਕੇ। ਔਰ ਜਦੋਂ ਇਹ ਤਾਂ ਤੱਥ ਸਾਹਮਣੇ ਆ ਰਹੇ ਨੇ, ਵਿਜੀਲੈਂਸ ਉਹ ਤੋਂ ਇਨਕੁਆਇਰੀ ਤੋਂ ਬਚ ਹੀ ਨਹੀਂ ਸਕਦੀ। ਸਾਹਮਣੇ ਬੈਠਾ ਬੰਦਾ ਹੱਥ ਧੋ ਰਹੇ ਨੇ, ਉਹ ਕਹਿ ਰਿਹਾ ਕਿ ਜੀ ਡਾਂਟੋ ਨਾ ਬੰਦੇ ਨੂੰ, ਬੰਦੇ ਨਾਲ ਠੀਕ ਸਲੂਕ ਕਰੋ, ਜਿਹੜਾ ਬੈਠਾ ਮੇਰਾ ਬੰਦਾ ਹੈ। ਇਹ ਵੀ ਆ ਗਈਆਂ ਨੇ ਗੱਲਾਂ ਕਿ ਤਾਂ ਪੁਰਾਣੀ ਦੋਸਤੀ ਆ ਕਿਤੇ ਕਾਲਜ ਵੇਲੇ ਪੜ੍ਹਦੇ ਆਂਦੀ, ਤੇ ਉਦੋਂ ਬਾਅਦ ਵੀ ਲਗਾਤਾਰ ਸਿਸਟਮ ਚੱਲ ਰਿਹਾ। ਸਭ ਨੂੰ ਇਹ ਪਤਾ ਹੈ। ਨਾਲ ਇਹ ਵੀ ਕਹਿ ਰਹੇ ਨੇ ਕਿ ਉਸ ਸਮੇਂ ਤਾਂ ਸਰਕਾਰੀ ਤੇ ਪ੍ਰਾਈਵੇਟ ਦੋਨੋਂ ਪੀਏ ਸੀ, ਔਰ ਉਹ ਬੰਦੇ ਨੇ ਪਿੰਡ 'ਚ ਜਾ ਕੇ ਪੰਚਾਇਤ ਨਹੀਂ ਇਕੱਠੀ ਕੀਤੀ, ਸਾਰੇ ਲੋਕ ਇਕੱਠੇ ਕਰਕੇ ਪ੍ਰਿਤਪਾਲ ਕੁਮਾਰ ਜਿਹੜਾ ਦੇ ਰਿਹਾ ਨਾ ਵਿਆਖਿਆਨ ਵੀ, ਭਾਈ ਮੈਨੂੰ ਦੱਸੋ ਮੈਂ ਗਲਤ ਕੀਤਾ ਕਿ ਠੀਕ, ਇੰਨੇ ਸਮੇਂ ਬਾਅਦ ਮੈਂ ਐ ਕਰਦਾ ਰਿਹਾ, ਇੰਨੇ ਪੰਚਾਇਤ ਉਹਦੇ ਨਾਲ ਖੜ ਗਈ ਆ ਟੋਟਲ ਵੀ ਹਾਂ ਠੀਕ ਹੈ, ਤੂੰ ਜੋ ਵੀ ਕੀਤਾ ਪਿੰਡ ਦੇ ਮਾਮਲੇ ਦੇ ਵਿੱਚ ਠੀਕ ਕੀਤਾ। ਇਹ ਕਰਪਸ਼ਨ ਦਾ ਮਾਮਲਾ ਸੀ ਇਸ ਪੱਧਰ ਦਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਿਸ ਢੰਗ ਨਾਲ ਤੁਸੀਂ ਜਾਂਦੇ, ਜੇ ਇਦੋਂ ਪਹਿਲੇ ਗੱਲ ਤੇ ਇਹ ਹੋ ਜਾਂਦੀ ਜਿਵੇਂ ਸਰਾਰੀ ਦਾ ਮਾਮਲਾ ਸੀ, ਸਰਾਰੀ ਨੂੰ ਹਟਾ ਦਿੱਤਾ ਗਿਆ ਮਿਨਿਸਟਰੀ 'ਚ, ਪਰ ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ? ਇਹ ਸਵਾਲ ਉਦੋਂ ਵੀ ਚੱਲ ਰਿਹਾ ਹੈ। ਇਸੇ ਤਰ੍ਹਾਂ ਵਿਜੇ ਸਿੰਘ ਲਿਆਉਣੀ ਡਾਕਟਰ, ਉਹਨਾਂ ਨੂੰ ਤੁਸੀਂ ਆਪ ਆ ਕੇ ਫੜਾਇਆ ਚੀਫ ਮਿਨਿਸਟਰ ਨੇ ਕਹਿ ਕੇ ਵੀ ਭਾਈ ਇਹਨੂੰ ਅਰੈਸਟ ਕਰ ਲਓ, ਤੇ ਮੇਰੇ ਕੋਲ ਆਡੀਓ ਹੈ। ਆਡੀਓ ਕਿਸੇ ਨੂੰ ਨਹੀਂ ਪਤਾ
ਤੇ ਤੁਹਾਡੀ ਪਾਰਟੀ ਦੇ ਵਿੱਚ ਉਨੇ ਹੀ ਸਰਗਰਮੀ ਨਾਲ ਨੇ ਤੇ ਪਾਰਟੀ ਦੇ ਵਿੱਚ ਉਵੇਂ ਹੀ ਨੇ। ਕੱਲ ਨੂੰ ਕੋਈ ਵੀ ਕੇਸ ਹੋਏਗਾ, ਚਾਹੇ ਉਹ ਕਤਲ ਕੇਸ ਹੋਏ, ਉਹ ਕਰਪਸ਼ਨ ਕੇਸ ਹੋਏ, ਜਿਹੜਾ ਮਰਜੀ, ਇੱਕ ਨੂੰ ਪਾਰਟੀ ਸੈਂਟਰ ਕਰ ਲੂਗੀ, ਦੂਜੇ ਨੂੰ ਗਵਰਨਮੈਂਟ ਸੈਂਟਰ ਕਰ ਲੂਗੀ। ਤਾਂ ਕਿਹੋ ਜਿਹੀ ਮੁਹਿੰਮ ਹੈ ਜੀ ਐਂਟੀ ਕਰਪਸ਼ਨ? ਮਤਲਬ ਜਿਹੜੇ ਰਸੂਖਦਾਰਾਂ ਖਿਲਾਫ ਕਿਹੋ ਜਿਹੀ ਮੁਹਿੰਮ ਹੈ, ਹੇਠਲਿਆਂ ਖਿਲਾਫ ਇੱਕ ਅਲੱਗ ਚੀਜ਼ ਹੈ। ਉਹ ਅੱਜ ਦਾ ਮਾਮਲਾ ਨਹੀਂ ਹੈ, ਉਹ ਵੀਕਨੈਸ ਦਿਖਾਈ ਦੇ ਰਹੀਆਂ ਨੇ, ਕਮਜ਼ੋਰੀਆਂ ਪਿੱਛੇ ਜਿਨ੍ਹਾਂ ਨੂੰ ਫੜਨ ਦੀ ਗੱਲ ਕੀਤੀ ਉਹਨਾਂ ਨਾਲ ਵੀ ਇਹੀ ਸਲੂਕ ਜਿਹੜਾ ਹੋ ਰਿਹਾ ਹੈ। ਜਾਂ ਤਾਂ ਜੇ ਗਲਤ ਫੜਾਇਆ ਤੁਸੀਂ ਤਾਂ ਤੁਸੀਂ ਮਾਫੀ ਮੰਗ ਲਓ ਬੰਦੇ ਤੋਂ। ਜੇ ਉਹ ਕਹਿ ਰਿਹਾ ਕਿ ਮੈਂ ਤਾਂ ਅੱਜ ਤੱਕ ਵੀ ਵਿਜੇ ਸਿੰਘਲਾ ਇਹੀ ਕਹਿ ਰਿਹਾ ਨਾ ਵੀ ਇੱਕ ਪੈਸੇ ਦਾ ਕੋਈ ਰਵਾਦਾਰ ਨਹੀਂ ਹੈ ਮੈਂ ਜਾਂ ਮੇਰਾ ਕੋਈ ਪਰਿਵਾਰ, ਤਾਂ ਤੁਸੀਂ ਗਲਤ ਕੀਤਾ ਸੀ। ਤੇ ਜੇ ਵਾਕਈ ਤੁਸੀਂ ਠੀਕ ਹੋ ਤਾਂ ਤੁਸੀਂ ਫਿਰ ਪਾਰਟੀ ਵਿੱਚ ਕਿਉਂ ਰੱਖੇ ਨੇ? ਉਹਨਾਂ ਹੀ ਮਾਮਲੇ ਸਾਰੇ ਮਿਲਦੇ ਹੋ। ਹੁਣ ਵੀ ਜਿਹੜਾ ਇਹ ਬਠਿੰਡੇ ਦਾ ਐਮਐਲਏ ਦਾ ਜਿਹੜਾ ਕੁਐਸਚਨ ਹੈ, ਇਹ ਇਕੱਲੇ ਇੱਕ ਪੰਚਾਇਤ ਦਾ ਨਹੀਂ, ਮੈਨੂੰ ਤਾਂ ਲੱਗਦਾ ਪੰਚਾਇਤ ਤੋਂ ਦੂਰ ਤੱਕ ਜਾਣਾ ਚਾਹੀਦਾ। ਸਾਰੀਆਂ ਸੁਣਿਆ 100-150 ਪੰਚਾਇਤਾਂ ਪੰਜਾਬ 'ਚ ਇੱਕ ਵਰਤਾਰਾ ਚੱਲ ਰਿਹਾ, ਪੰਚਾਇਤਾਂ ਦਾ ਰਿਕਾਰਡ ਤਲਬ ਕਰਾ ਕੇ BDPO ਤੋਂ, ਔਰ ਉਹਨਾਂ ਨੂੰ ਕਿਹਾ ਜਾ ਰਿਹਾ ਸੈਟਲ ਕਰਨਾ ਤਾਂ ਸੈਟਲ ਕਰੋ, ਨਹੀਂ ਤਾਂ ਤੁਹਾਡੇ ਖਿਲਾਫ ਪਰਚਾ ਹੋ ਹੀ ਜਾਣਗੇ, ਗਬਨ ਜੇ ਉਹ ਇੱਧਰ ਉੱਧਰਲੇ ਮਾਮਲੇ ਕਿੰਨੇ ਮਾਮਲੇ ਹੈਗੇ ਨੇ। ਔਰ ਇਹ ਪ੍ਰੋਸੈਸ ਦਾ ਨਾਂ ਹੈ, ਇੱਕ ਬੰਦੇ ਦਾ ਨਾਂ ਨਹੀਂ ਹੈ। ਕਿਤੇ ਕੋਈ ਫਸ ਗਿਆ, ਕਿਸੇ ਨੇ ਦਲੇਰੀ ਕਰ ਲਈ, ਵਿਜੀਲੈਂਸ ਕੋਲ ਇਸ ਤਰੀਕੇ ਦੀ ਜਾ ਕੇ ਟ੍ਰੇਪ ਲਾਉਣ ਲਈ, ਆਮ ਬੰਦੇ ਨਹੀਂ ਐਡਾ ਪੰਗਾ ਲੈਂਦੇ ਵੀ ਕੱਲ ਨੂੰ ਕੌਣ ਫਿਰੇਗਾ, ਕਿੱਥੇ ਜਾਏਗਾ, ਕਿ ਚਲੋ ਚੱਲਦੇ ਰਹੋ ਕੰਮ। ਇਸ ਲਈ ਇਹ ਜਦੋਂ ਐਂਟੀ ਕਰਪਸ਼ਨ ਗਵਰਨਮੈਂਟ ਹੈ, ਕੱਟੜ ਸਰਕਾਰ, ਇਮਾਨਦਾਰ ਸਰਕਾਰ ਹੈ, ਤਾਂ ਇਹ ਟੈਸਟ ਕੇਸ ਵਜੋਂ ਲੈਣਾ ਚਾਹੀਦਾ, ਉਹਨੂੰ ਲੈਣਾ ਪਊਗਾ। ਉਹਨੂੰ ਐ ਨਹੀਂ ਬਚਾ ਕੇ ਤੁਸੀਂ ਚੱਲ ਸਕਦੇ। ਭਾਸਕਰ ਸਾਹਿਬ ਇਹਦੇ ਤੇ ਅੱਗੇ ਥੋੜਾ ਜਿਹਾ ਵਧੋ ਤੇ ਨਾਲ ਸੰਧਵਾ ਸਾਹਿਬ ਸਪੀਕਰ ਪੰਜਾਬ ਵਿਧਾਨ ਸਭਾ ਦੇ, ਮੇਰੇ ਖਿਆਲ ਉਹਨਾਂ ਨੇ ਚੌਥੀ ਮੀਟਿੰਗ, ਜਿਹੜੇ ਕੰਮ ਮੁੱਖ ਮੰਤਰੀ ਸਾਹਿਬ ਦੇ ਪੱਧਰ ਤੇ ਹੁੰਦੇ ਆ ਉਹ ਸਪੀਕਰ ਕਰ ਰਹੇ। ਸਾਡੇ ਲਈ ਤੇ ਇਹ ਗੱਲ ਚੰਗੀ ਖਬਰ ਆ, ਪੰਜਾਬ ਦੇ ਵਿੱਚ 2-3-4 ਪਾਵਰ ਸੈਂਟਰ ਬਣ ਜਾਣ, ਸਾਨੂੰ ਕੀ ਮੁਸ਼ਕਲ ਹੈ? ਜਿੰਨੀ ਅਫਸਰਸ਼ਾਹੀ, ਜਿੰਨੇ ਮਿਨਿਸਟਰ ਵੱਧ ਕੰਮ ਕਰਨਗੇ, ਜਿੰਨੇ MLA ਐਕਟਿਵਿਸਟ ਸਾਰੇ ਇਕੱਠੇ ਹੋਣਗੇ, ਇੱਕ ਪਲੇਟਫਾਰਮ ਤੇ ਹੋਣਗੇ, ਅੱਛੀ ਗੱਲ ਆ। ਪਰ ਉਸ ਤੋਂ ਪਹਿਲਾਂ ਸਰਦਾਰ ਹਮੀਰ ਸਿੰਘ ਹੋਣਾ ਜਿਹੜਾ ਸਵਾਲ ਉਠਾਇਆ ਬਹੁਤ ਅਹਿਮ ਆ ਕਿ ਘੱਟੋ ਘੱਟ ਇਸ ਬਠਿੰਡਾ ਦਿਹਾਤੀ ਹਲਕੇ ਦੀਆਂ ਸਾਰੀਆਂ ਪੰਚਾਇਤਾਂ ਨੂੰ ਇਸ ਜਾਂਚ ਦੇ ਦਾਇਰੇ ਚ ਲਿਆਓ। ਸਾਰੇ ਮੈਂਬਰ ਪੰਚਾਇਤ ਤੇ ਸਰਪੰਚਾਂ ਨੂੰ ਪੁੱਛੋ ਕਿ ਉਹਨਾਂ ਨਾਲ ਇਹ ਹੋਰ ਨਾਲ ਤਾਂ ਨਹੀਂ ਕਿਸੇ ਨਾਲ ਵਾਪਰਿਆ। ਮੈਨੂੰ ਲੱਗਦਾ ਕਿ ਇਹ ਘੁੱਦੇ ਪਿੰਡ ਦੇ ਸਰਪੰਚ ਦੇ ਘਰ ਵਾਲੇ ਨੇ ਇੱਕ ਤਰ੍ਹਾਂ ਨਾਲ ਰੋਕ ਤਾਂ ਲਾਤੀ ਹੈ ਸਾਰੇ ਪੰਜਾਬ 'ਚ। ਹੁਣ ਸਾਰੇ ਡਰ ਰਹੇ ਹੋਣਗੇ, ਫੋਨਾਂ ਤੇ ਗੱਲਬਾਤ ਵੀ ਨਹੀਂ ਹੋ ਰਹੀ। ਮੈਨੂੰ ਪਤਾ ਹੈ ਕਿ ਕੋਈ ਕਿਸੇ ਦਾ ਫੋਨ ਨਹੀਂ ਚੱਕ ਰਿਹਾ ਇਹਨਾਂ ਦਿਨਾਂ ਦੇ ਵਿੱਚ, ਲੇਕਿਨ ਡਰਦੇ ਸਹਿਮ ਦੇ ਵਾਤਾਵਰਣ ਦੇ ਨਾਲ ਨਾਲ ਜੋ ਪਿਛਲੇ 7-8 ਮਹੀਨਿਆਂ 'ਚ ਹੋਇਆ ਉਹਦੀ ਤਾਂ ਇੱਕ ਇਨਕੁਆਇਰੀ ਹੋਣੀ ਚਾਹੀਦੀ ਹੈ। ਭਾਸਕਰ ਸਾਹਿਬ ਇਸ ਮਾਮਲੇ ਨੂੰ ਹਲਕਾ ਜਿਹਾ ਟੱਚ ਕਰੋ, ਔਰ ਸਪੀਕਰ ਸਾਹਿਬ ਜਿਹੜਾ ਮੁੱਖ ਮੰਤਰੀ ਦੇ ਸਮਾਨਾਂਤਰ ਇੱਕ ਪਾਵਰ ਸੈਂਟਰ ਵਜੋਂ ਬਹੁਤ ਸੈਂਸਿਟਿਵ ਮੁੱਦਿਆਂ ਨੂੰ ਐਡਰੈਸ ਕਰ ਰਿਹਾ, ਉਹਨੂੰ ਵੀ ਜ਼ਰਾ ਜ਼ਬਾਨ ਦਿਓ। ਬਠਿੰਡਾ ਦਿਹਾਤੀ ਦੇ ਮੁੱਦੇ ਦੇ ਉੱਤੇ ਸਰਕਾਰ ਕਸੂਤੀ ਫਸੀ ਹੋਈ ਲੱਗਦੀ ਹੈ। ਕਰਪਸ਼ਨ, ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਦਾ ਦਾਅਵਾ ਕਰਨ ਵਾਲੀ ਸਰਕਾਰ ਹੁਣ ਉਸ ਮੋੜ ਤੇ ਆ ਕੇ ਖੜੀ ਹੋ ਗਈ ਹੈ। ਜੇ ਅਮਿਤ ਰਤਨ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲੈਂਦੀ ਤਾਂ ਪੰਗਾ, ਜੇ ਐਕਸ਼ਨ ਲੈਂਦੀ ਹੈ ਤੇ ਫਿਰ ਉਹ ਦਿੱਲੀ ਵਾਲੇ, ਜਿੱਦਾਂ ਕਥਿਤ ਤੌਰ ਤੇ ਚੱਲ ਰਿਹਾ ਵੀ ਦਿੱਲੀ ਦਾ ਪ੍ਰੈਸ਼ਰ ਹੈਗਾ ਕਿ ਬਿਨਾਂ ਅੱਗੇ ਨਾ ਵਧੋ, ਮੁੱਖ ਮੰਤਰੀ ਅੱਗੇ ਵਧਣਾ ਚਾਹੁੰਦੇ ਸੀ, ਇਹ ਗੱਲ ਸਾਬਿਤ ਵੀ ਹੋ ਰਹੀ ਹੈ ਕਿਉਂਕਿ ਮੁੱਖ ਮੰਤਰੀ ਹਜੇ ਵੀ ਇਹ ਗੱਲ ਕਰ ਰਿਹਾ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ। ਪਰ ਇਸ ਮੁੱਦੇ ਦੇ ਉੱਤੇ ਖੱਟਣ ਦੀ ਬਜਾਏ ਸਰਕਾਰ ਫਸਦੀ ਨਜ਼ਰ ਆ ਰਹੀ ਹੈ। ਵਿਧਾਨ ਸਭਾ ਸੈਸ਼ਨ ਜਿਹੜਾ ਅਗਲਾ ਹੋਣਾ ਹੈ, ਇਹ ਮੁੱਦਾ ਪੁਰਜ਼ੋਰ ਤਰੀਕੇ ਨਾਲ ਉੱਥੇ ਵੀ ਉਛਾਲਿਆ ਜਾਏਗਾ ਔਰ ਆਪੋਜੀਸ਼ਨ ਪਾਰਟੀਜ਼ ਨੇ ਤੇ ਇੱਥੇ ਤੱਕ ਥ੍ਰੈਟਨ ਕਰਤਾ ਜੇ ਨਹੀਂ ਅਰੈਸਟ ਕਰੋਗੇ ਤੇ ਇਸ ਮੁੱਦੇ ਦੇ ਉੱਤੇ ਵਿਧਾਨ ਸਭਾ ਦੇ ਅੰਦਰ ਤੇ ਵਿਧਾਨ ਸਭਾ ਦੇ ਬਾਹਰ ਤੁਹਾਨੂੰ ਘੇਰਾਂਗੇ। ਹੁਣ ਗੱਲ ਕਰੀਏ ਕੁਲਤਾਰ ਸਿੰਘ ਸੰਧਵਾ ਉਹਨਾਂ ਦੀ। ਸਪੀਕਰ ਸਾਹਿਬ ਨੇ ਹੁਣ ਤੱਕ ਬਿਲਕੁਲ ਠੀਕ ਕਿਹਾ, ਤੁਸੀਂ 4 ਮੀਟਿੰਗਾਂ ਕੀਤੀ ਹੈ। ਪਹਿਲੀ ਮੀਟਿੰਗ ਜਦੋਂ ਉਹਨਾਂ ਨੇ ਕੀਤੀ ਸੀਗੀ ਇੰਡਸਟਰੀਅਲਿਸਟ ਨਾਲ, ਸਨਅਤਕਾਰਾਂ ਨਾਲ, ਔਰ ਉਸ ਦਿਨ ਹੀ ਮੁੱਖ ਮੰਤਰੀ ਨੇ ਵੀ ਮੀਟਿੰਗ ਕੀਤੀ ਸੀ ਤੇ ਟਕਰਾਅ ਪੈਦਾ ਹੋ ਗਿਆ ਸੀ। ਬਾਅਦ ਚੋਂ ਸ਼ੋਕਾਜ਼ ਨੋਟਿਸ ਵੀ ਅਫਸਰਾਂ ਨੂੰ ਇਸ਼ੂ ਕਰਨ ਦੀ ਗੱਲ ਕੀਤੀ ਸੀ ਪਰ ਕੁਝ ਹੋਇਆ ਹਵਾਇਆ ਨਹੀਂ। GM ਮਸਟਰਡ ਦੇ ਉੱਤੇ ਵੀ ਇੱਕ ਮੀਟਿੰਗ ਕੀਤੀ ਸੀਗੀ ਪਰ ਉਸ ਮੀਟਿੰਗ ਦੇ ਵਿੱਚੋਂ ਕੀ ਕੱਢਿਆ ਪਾਇਆ ਪਤਾ ਨਹੀਂ। ਔਰ ਉਸ ਤੋਂ ਇਲਾਵਾ ਵੀ ਇੱਕ ਮੀਟਿੰਗ ਪੰਜਾਬੀ ਦੇ ਮੁੱਦੇ ਦੇ ਉੱਤੇ ਕੁਲਤਾਰ ਸਿੰਘ ਸੰਧਵਾ ਉਹਨਾਂ ਨੇ ਕੀਤੀ ਸੀ, ਉਹ 21 ਫਰਵਰੀ ਹੁਣ ਆ ਹੀ ਗਈ ਹੈ। ਤਦ ਤੱਕ ਉਹਦੇ ਉੱਤੇ ਕਿੰਨਾ ਕੁ ਆਪਾਂ ਅੱਗੇ ਵੱਧਦੇ ਨਜ਼ਰ ਆਉਂਦੇ ਆ, ਇਹਦੇ ਉੱਤੇ ਵੀ ਹੈ। ਪਰ 21 ਫਰਵਰੀ ਨੂੰ ਹੀ ਇੱਕ ਮੀਟਿੰਗ ਹੋਰ ਕੁਲਤਾਰ ਸਿੰਘ ਸੰਧਵਾ ਉਹਨਾਂ ਨੇ ਰੱਖ ਲਈ ਔਰ ਉਸ ਦਿਨ ਹੀ ਕੈਬਨਿਟ ਦੀ ਮੀਟਿੰਗ ਵੀ ਹੈਗੀ ਹੈ। ਉਸ ਮੀਟਿੰਗ ਦੇ ਵਿੱਚ ਫੈਸਲੇ ਹੋਣਗੇ ਵੀ ਦਵਾਈਆਂ ਦੇ ਜਿਹੜਾ MRP ਹੈਗਾ ਉਹ ਬਹੁਤ ਜ਼ਿਆਦਾ ਹੁੰਦਾ ਹੈ। ਮੁੱਦਾ ਬਹੁਤ ਚੰਗਾ ਹੈਗਾ, ਮੁੱਦਾ ਗਰੀਬਾਂ ਦੇ ਨਾਲ, ਲੋਕਾਂ ਦੇ ਨਾਲ ਜੁੜਿਆ ਹੋਇਆ ਹੈ। ਇਸ ਮੁੱਦੇ ਦੇ ਉੱਤੇ ਕੁਲਤਾਰ ਸਿੰਘ ਸੰਧਵਾ ਉਹਨਾਂ ਕੋਈ ਵਿਧਾਨ ਸਭਾ ਦੇ ਵਿੱਚ ਇੱਕ ਸਪੈਸ਼ਲ ਡਿਬੇਟ ਦੀ ਗੱਲ ਕਰ ਰਹੇ ਹੈ ਔਰ ਉਹ ਕਦਮ ਚੱਕਣ ਵਾਸਤੇ ਤਿਆਰੀ ਕਰ ਰਹੇ ਨੇ ਕਿ ਜਿਹਦੇ ਰਾਹੀਂ ਗਰੀਬਾਂ ਨੂੰ ਇਹ ਦਵਾਈਆਂ ਸਹੀ ਰੇਟ ਤੇ, ਸਸਤੇ ਰੇਟ ਤੇ ਮਿਲਣ। ਹੁਣ ਇਸ ਮੁੱਦੇ ਦੇ ਉੱਤੇ ਸਰਕਾਰ ਕਿੰਨਾ ਕੁ ਅੱਗੇ ਵੱਧਦੀ ਹੈ ਜਾਂ ਫਿਰ ਟਕਰਾਵ ਦੇ ਰਾਹੀਂ ਇਹ ਮਾਮਲਾ ਉੱਥੇ ਹੀ ਰਹਿ ਜਾਏਗਾ, ਇਹਦਾ ਤੇ ਨਹੀਂ ਪਤਾ। ਪਰ ਹਾਂ, ਇੱਕ ਪੈਰਲਲ ਪਾਵਰ ਸੈਂਟਰ
ਕੁਲਤਾਰ ਸਿੰਘ ਸੰਧਵਾ ਉਹਨਾਂ ਜ਼ਰੂਰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੇ ਵੀ ਜਦ ਕਦੀ ਮੀਟਿੰਗ ਬੁਲਾਈ ਸੀਗੀ ਉਹ ਸਟੈਂਡਿੰਗ ਕਮੇਟੀ ਦੀ, ਜਿਹੜਾ ਭਰੋਸਾ ਕਮੇਟੀ ਸੀਗੀ, ਉਸ ਦਿਨ ਕੁਲਤਾਰ ਸਿੰਘ ਸੰਧਵਾ ਉਹਨਾਂ ਨੇ ਵੀ ਇੱਕ ਮੀਟਿੰਗ ਬੁਲਾ ਲਈ ਸੀ, ਜਿਹਦੇ ਕਰਕੇ ਉਹ ਅਫਸਰ ਜਿਹੜੇ ਕੁੰਵਰ ਵਿਜੇ ਪ੍ਰਤਾਪ ਉਹਨਾਂ ਦੇ ਸਾਹਮਣੇ ਸ਼ਾਮਿਲ ਹੋਣੇ ਸੀਗੇ ਉਹ ਸ਼ਾਮਿਲ ਨਹੀਂ ਹੋ ਪਾਏ ਸੀ। ਇਹ ਚੀਜ਼ਾਂ ਅੱਗੇ ਵੱਧਦੀ ਨਜ਼ਰ ਆ ਰਹੀ। ਸੰਧਵਾ ਸਾਹਿਬ ਪ੍ਰੌੜ ਸਿਆਸਤਦਾਨ ਨੇ। ਆਪਣੀ ਇਸ ਰਜੀਮ ਜਿਹੜੀ ਆਮ ਆਦਮੀ ਪਾਰਟੀ ਦੀ ਸੱਤਾ, ਇਹਦੇ ਵਿੱਚੋਂ ਮੈਨੂੰ ਲੱਗਦਾ ਸਭ ਤੋਂ ਸਿਆਸੀ ਪ੍ਰਪੱਕਤਾ ਵਾਲੇ ਬੰਦਿਆਂ 'ਚ ਮੰਨੇ ਜਾਂਦੇ ਨੇ। ਉਹਨਾਂ ਨੇ ਸਰਕਾਰ ਦੀ ਉਹ ਸਥਿਤੀ ਤਾਂ ਬਚਾ ਲਈ ਜਿਸ ਦਿਨ ਕੁੰਵਰ ਵਿਜੇ ਪ੍ਰਤਾਪ ਨੇ ਉਹ ਮੀਟਿੰਗ ਸੱਦੀ ਸੀ। ਅਫਸਰ ਵੀ ਲਗਭਗ ਕੁੰਵਰ ਵਿਜੇ ਪ੍ਰਤਾਪ ਨੂੰ ਕਿਵੇਂ ਫੇਸ ਕਰਦੇ ਉਹ ਵੀ ਪਰਿਸਥਿਤੀਆਂ ਤੋਂ ਬਚਾ ਲਿਆ। ਪਰ ਕੁੰਵਰ ਵਿਜੇ ਪ੍ਰਤਾਪ ਅਸਤੀਫਾ ਦੇ ਗਏ, ਇਹਦੇ ਨਾਲ ਕਾਫੀ ਸਰਕਾਰ ਦੀ ਕਿਰਕਰੀ ਹੋਈ। ਦੂਜਾ ਸਵਾਲ, ਸਰਦਾਰ ਹਮੀਰ ਸਿੰਘ ਜੀ, ਕੀ ਸਮਾਨਾਂਤਰ ਸਪੀਕਰ ਵੱਲੋਂ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਜਿਹਨੂੰ ਪੰਜਾਬ ਦੇ ਹੱਕ 'ਚ ਹੀ ਮੰਨਿਆ ਜਾਊਗਾ, ਪਰ ਸੰਵਿਧਾਨਕ ਨਜ਼ਰੀਏ ਤੋਂ ਉਹਨਾਂ ਨੂੰ ਅਖਤਿਆਰਾਤ ਦੇ ਨਜ਼ਰੀਏ ਤੋਂ, ਮੁੱਖ ਮੰਤਰੀ ਦੀ ਕੁਰਸੀ ਦੇ ਨੂੰ ਚੁਣੌਤੀ ਦੇ ਨਜ਼ਰੀਏ ਤੋਂ ਔਰ ਪਾਵਰ ਸੈਂਟਰ ਦੇ ਨਜ਼ਰੀਏ ਤੋਂ ਇੱਕ ਛੋਟੀ ਜਿਹੀ ਜ਼ਬਾਨ ਦੋ। ਪਰ ਦੂਜਾ ਸਵਾਲ ਮੈਂ ਅਹਿਮ ਤੁਹਾਡੇ ਕੋਲ ਉਠਾਉਣਾ, ਦੇਖੋ ਅਹਿਮ ਐਲਾਨ ਕੀਤਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੇ। ਉਹਨਾਂ ਨੂੰ ਮਾਣਹਾਨੀ ਦਾ ਨੋਟਿਸ ਭਾਵੇਂ ਮਿਲਿਆ ਹੋਇਆ, ਜਿਹੜਾ ਉਹ ਕਹਿੰਦੇ ਜੇ ਮੈਨੂੰ ਰਿਸੀਵ ਨਹੀਂ ਹੋਇਆ। ਜਿਸ ਤਰ੍ਹਾਂ ਉਹਨਾਂ ਮੁੱਦੇ ਖੜੇ ਕਰਤੇ ਆ, ਜਲੰਧਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਉਹਨਾਂ ਨੇ ਇਹ ਸਾਫ਼ ਕਰਤਾ ਹੈ ਕਿ ਜੇ ਤਾਂ ਇਹ ਰਿਜ਼ਰਵ ਨਾ ਹੁੰਦੀ ਮੈਂ ਲੜਨਾ ਸੀ, ਹੁਣ ਅਸੀਂ ਬੰਦਾ ਖਿਲਾਰਾਂਗੇ। ਇਹਦੇ ਨਾਲ ਮੈਨੂੰ ਲੱਗਦਾ ਮੁੱਦੇ ਨਿਰਧਾਰਤ ਬਲਵਿੰਦਰ ਸੇਖੋਂ ਕਰਨਗੇ। ਇਹ ਜਿਹੜੀ ਚੋਣ ਦ੍ਰਿਸ਼ ਆ ਇਹਦਾ ਨਿਰਧਾਰਨ ਕੀ ਕਰ ਪਾਉਣਗੇ? ਇਹ ਦੋ ਸਵਾਲ ਤੁਸੀਂ ਐਡਰੈਸ ਕਰ ਦਿਓ। ਅਸਲ ਦੇ ਵਿੱਚ ਜਿਹੜਾ ਇਹ ਹੈ ਸਪੀਕਰ ਦੀਆਂ ਮੀਟਿੰਗਾਂ ਸੱਦਣ ਦਾ, ਤੇ ਮੁੱਦੇ ਤਾਂ ਉਹ ਲੋਕਾਂ ਦੇ ਇਹਨਾਂ 'ਚ ਤਾਂ ਕੋਈ ਸ਼ੱਕ ਨਹੀਂ। ਮੁੱਦੇ ਤਾਂ ਗਵਰਨਰ ਸਾਹਿਬ ਵੀ ਲੋਕਾਂ ਦੇ ਉਠਾ ਰਹੇ ਨੇ। ਉਹ ਜਿਹੜੇ ਸਾਰੇ ਨਸ਼ਾ ਦੂਰ ਕਰਨ ਦੀ ਗੱਲ, ਦਲਿਤ ਵਿਦਿਆਰਥੀਆਂ ਦਾ ਵਜ਼ੀਫਾ ਕਿਉਂ ਰੋਕਿਆ, ਸਾਰੇ ਮੁੱਦੇ ਤਾਂ ਉਹ ਵੀ ਤਾਂ ਹੋਏ ਨੇ। ਪਰ ਹਰ ਅਹੁਦੇ ਦੀ ਤੇ ਹਰ ਕੰਮ ਦੀ ਇੱਕ ਮਰਿਆਦਾ ਹੁੰਦੀ ਹੈ ਕਿ ਕਿਹਦਾ ਕੰਮ ਹੈ ਕਿਹਦਾ ਨਹੀਂ, ਤੁਸੀਂ ਇਹ ਕਹਿ ਸਕਦੇ ਹੋ। ਔਰ ਵਿਧਾਨ ਸਭਾ ਦੇ ਵਿੱਚ ਉਹਨਾਂ ਵਿਰੋਧੀ ਧਿਰ ਨੂੰ ਜਾਂ ਉਹਨਾਂ ਐਮਐਲਏ ਨੂੰ ਜ਼ਿਆਦਾ ਟਾਈਮ ਸਪੀਕਰ ਸਾਹਿਬ ਦੇ ਦੇਣ ਜਿਨ੍ਹਾਂ ਦੀ ਖਿਚਾਈ ਕਰਾਉਣੀ ਹੈ, ਜਿਹੜੇ ਮੁੱਦੇ ਨੂੰ ਜ਼ਿਆਦਾ ਗੱਲ ਕਰਨੀ ਹੈ, ਉਹ ਜਿਹੇ ਕੁਐਸਚਨ ਲਗਵਾ ਲੈਣ। ਬੈਕਗਰਾਊਂਡ 'ਚ ਬਹੁਤ ਕੁਝ ਹੋ ਜਾਂਦਾ ਕਿ ਇਹਨਾਂ ਮੁੱਦਿਆਂ ਤੇ ਗੱਲ ਕਰਾਉਣ ਵਾਲੀ ਜ਼ਰੂਰੀ ਹੈ। ਔਰ ਉਹਦਾ ਸੈਸ਼ਨ ਲੰਮਾ ਕਰਾਉਣ ਦੀ ਥੋੜੀ ਬਹੁਤ ਆਪਣੇ ਵੱਲੋਂ ਪਰਸੂ ਕਰ ਦੇਣ ਸਰਕਾਰ ਨੂੰ ਕਿ ਥੋੜਾ ਜਿਹਾ ਹੋਰ ਲੰਮਾ ਕਰ ਲੂ ਸੈਸ਼ਨ, ਤਾਂ ਕਿ ਚਰਚਾਵਾਂ ਬੜੇ ਵੱਡੇ ਪੱਧਰ ਦੇ ਉੱਤੇ ਹੁੰਦੀਆਂ ਰਹਿਣ। ਉਹ ਬਹੁਤ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਉਸ ਤਰੀਕੇ ਨਾਲ ਕੀਤੀਆਂ ਜਾ ਸਕਦੀਆਂ ਹੁੰਦੀਆਂ ਨੇ। ਜੇ 21 ਤਰੀਕ ਵੀ ਹੈ, 21 ਤਰੀਕ ਨੂੰ ਹੋਰ ਦੋ ਵੱਡੇ ਦਿਨ ਨੇ, ਮਤਲਬ ਮਾਂ ਬੋਲੀ ਦਿਵਸ ਵੀ ਹੈਗਾ ਹੀ ਹੈ, ਤੇ ਉਸੇ ਦਿਨ ਨਨਕਾਣਾ ਸਾਹਿਬ ਦਾ ਚਾਬੀਆਂ ਦਾ ਦਿਵਸ ਵੀ ਹੈ। ਵੱਡੇ ਪ੍ਰੋਗਰਾਮ ਵੱਡੇ ਉਹਨਾਂ ਨਾਲ ਜੋੜ ਕੇ ਵੀ ਤਾਂ ਚੀਜ਼ਾਂ ਕੀਤੀਆਂ ਜਾ ਸਕਦੀਆਂ ਹੁੰਦੀਆਂ ਨੇ। ਲੋਕ ਆਪੋ ਆਪਣੇ ਸਮਾਗਮਾਂ 'ਚ ਹੋਣਗੇ, ਆਪੋ ਆਪਣੀਆਂ ਚੀਜ਼ਾਂ ਤੇ ਧਿਆਨ ਕੇਂਦਰਿਤ ਹੋਏਗਾ, ਤੇ ਉੱਥੇ ਇੱਕ ਪਾਸੇ ਕੈਬਨਿਟ ਹੋ ਰਹੀ ਹੋਵੇਗੀ, ਕੈਬਨਿਟ ਦੇ ਨਾਲ ਇੱਕ ਵਿਧਾਨ ਸਭਾ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਮਾਮਲਾ ਹੈ। ਹੁਣ ਫੇਰ ਅਧਿਕਾਰੀਆਂ ਦਾ ਮਾਮਲਾ ਇਹੀ ਆਊਗਾ, ਉਹ ਅਧਿਕਾਰੀ ਕੈਬਨਿਟ 'ਚ ਆਣਗੇ। ਸੈਕਟਰੀ ਨੇ ਤਾਂ ਜਾਣਾ ਹੀ ਹੁੰਦਾ ਜਿਹਦਾ ਏਜੰਡਾ ਹੁੰਦਾ ਕੈਬਨਿਟ 'ਚ। ਨਾਲ ਵਾਲਿਆਂ ਨੂੰ ਵੀ ਉਹ ਸਲਾਹ ਲਈ ਦੂਜੇ ਕਮਰੇ 'ਚ ਬਿਠਾ ਦਿੰਦਾ ਨੇੜੇ ਲਿਜਾ ਕੇ ਵੀ ਭਾਈ ਸਾਹਿਬ ਕਦੇ ਲੋੜ ਪੈਂਦੀ ਆ ਤੈਨੂੰ ਵੀ ਬੁਲਾਇਆ ਜਾ ਸਕਦਾ। ਔਰ ਫਿਰ ਇੱਕ ਲੈਵਲ ਦਾ ਉਹ ਤਣਾਜੇ ਦੀ ਜਿਹੜੀ ਇੱਕ ਸਿਚੁਏਸ਼ਨ ਆਉਂਦੀ ਹੈ। ਔਰ ਇਹਨਾਂ 'ਚ ਐਵੇਂ ਕਿ ਮੈਨੂੰ ਲੱਗਦਾ ਸਰਦਾਰ ਹਮੀਰ ਸਿੰਘ ਜੀ ਟਾਈਮ ਵੰਡ ਕਰ ਲੈਣਗੇ, ਸਿਆਣੇ ਨੇ, ਪਤਾ ਹੈ ਉਹਨਾਂ ਨੂੰ ਵੀ ਮੇਰੀ ਜੇ ਮੀਟਿੰਗ 'ਚ ਦੋ ਮੰਤਰੀ ਵੀ ਨਾ ਆਏ ਤੇ ਫਾਇਦਾ ਕੀ ਹੈ। ਸਪੀਕਰ ਸਾਹਿਬ ਨੂੰ ਥੋੜਾ ਜਿਹਾ ਅੱਗੇ ਪਿੱਛੇ ਕਰ ਲੈਣਗੇ, ਇੰਨਾ ਕਿਤੇ ਸਿਆਣੇ ਨੇ। ਹੁਣ ਤੁਸੀਂ ਅੱਗੇ ਗੱਲ ਜਾਰੀ ਰੱਖੋ ਜੀ। ਚਲੋ ਕਰ ਲੈਣ, ਚੰਗਾ ਹੈ। ਮਤਲਬ ਆਪਸ ਦੇ ਵਿੱਚ ਮੈਨੂੰ ਤਾਂ ਲੱਗਦਾ ਚੀਫ ਮਿਨਿਸਟਰ ਨੂੰ ਹੀ ਸਪੀਕਰ ਕਈ ਵਾਰ ਗੱਲ ਕਰਦੇ ਨੇ ਕਿ ਤੁਸੀਂ ਇਹਦੇ ਤੇ ਕੰਮ ਕਰੋ। ਜੇ ਇੰਨੀ ਅੰਡਰਸਟੈਂਡਿੰਗ ਹੋਵੇ ਦੋਨਾਂ 'ਚ, ਮੈਨੂੰ ਤਾਂ ਲੱਗਦਾ ਤਾਂ ਇੰਨਾ ਕਿਹਾ ਬਹੁਤ ਹੁੰਦਾ। ਸਪੀਕਰ ਇੱਕ ਸੰਵਿਧਾਨਕ ਅਹੁਦੇ ਤੇ ਆ, ਉਹ ਚੀਫ ਮਿਨਿਸਟਰ ਨੂੰ ਕੋਈ ਰਾਏ ਦਿੰਦੇ ਨੇ, ਆਹ ਇੰਪੋਰਟੈਂਟ ਮੁੱਦੇ ਨੇ, ਇਹਨਾਂ ਤੇ ਇੱਕ ਸੈਮੀਨਾਰ ਕਰਾ ਲਓ, ਇੱਕ ਮੀਟਿੰਗ ਸਦਾ ਲਓ। ਕਦੇ ਚੀਫ ਮਿਨਿਸਟਰ ਜਵਾਬ ਨਹੀਂ ਦਿੰਦਾ ਕਿਸੇ ਸਪੀਕਰ ਨੂੰ, ਜੇਕਰ ਇੰਨੀ ਆਪਸ ਦੇ ਵਿੱਚ ਇੱਕ ਅੰਡਰਸਟੈਂਡਿੰਗ ਹੁੰਦੀ ਹੈ ਔਰ ਉਸੇ ਤਰੀਕੇ ਨਾਲ ਕੀਤਾ ਜਾਵੇ, ਉਹ ਜ਼ਿਆਦਾ ਬੈਟਰ ਤਰੀਕਾ ਹੋ ਜਾਂਦਾ ਮੇਰੇ ਖਿਆਲ। ਔਰ ਸ਼ਾਇਦ ਪ੍ਰੋਜਾਈਡ ਉਹਦਾ ਸਪੀਕਰ ਤੋਂ ਹੀ ਕਰਾ ਲੈਣ, ਚਾਹੇ ਲਿਆ ਕੇ ਉਹਨਾਂ ਮਾਮਲਿਆਂ ਦੇ ਵਿੱਚ ਬਾਹਰ ਜਿਹੜੇ ਵਿਧਾਨ ਸਭਾ ਤੋਂ ਬਾਹਰ ਵੀ ਤਾਂ ਸਪੀਕਰ ਤੋਂ ਫੰਕਸ਼ਨ ਪ੍ਰੋਜਾਈਡ ਕਰਵਾਏ ਜਾਂਦੇ ਨੇ ਜੇ ਮਾਨਤਾ ਦੇਣਾ ਹੁੰਦਾ ਜਿਹੜਾ ਉਸ ਪੱਧਰ ਦੇ ਉੱਤੇ। ਔਰ ਮੈਨੂੰ ਇਹ ਲੱਗੀ ਜਾਂਦਾ ਕਿ ਦਿੱਲੀ ਦੀ ਗੇਮ ਦਾ ਹਿੱਸਾ ਜਦੋਂ ਵੀ ਪਾਰਟੀਆਂ ਕਰਦੀਆਂ ਨੇ, ਕਾਂਗਰਸ ਵੀ ਐ ਬੜੀ ਵਾਰ ਕਰਦੀ ਰਹੀ ਹੈ, ਬੀਜੇਪੀ ਵੀ ਆਪਣੇ ਵੱਖ-ਵੱਖ ਸਟੇਟਾਂ 'ਚ ਕਰਦੀ ਹੈ ਕਿ ਇੱਕ ਪੈਰਲਲ ਸੈਂਟਰ ਖੜੇ ਰੱਖੋ ਤਾਂ ਕਿ ਸਾਡੇ ਹੱਥ 'ਚ ਕਮਾਂਡ ਰਹੇ। ਕਿਤੇ ਪੰਜਾਬੀ ਆਪਸ 'ਚ ਗੁਫ਼ਤਗੂ ਕਰਕੇ ਆਪਸ 'ਚ ਇਕੱਠਾ ਹੋ ਕੇ ਇੱਕ ਗੱਲ ਹੀ ਨਾ ਹੋ ਜਾਏ ਉਸ ਤਰੀਕੇ ਦੀ ਜਿਹੜੀ ਚੈਲੰਜ ਕਰਨ ਲੱਗ ਜੇ ਹਾਈ ਕਮਾਂਡ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਇਸ ਖੇਡ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਕੋਈ ਨਾ ਕੋਈ ਰੋਲ ਹੁੰਦਾ ਹੈ ਵੱਖ-ਵੱਖ ਮਾਮਲਿਆਂ ਦੇ ਵਿੱਚ ਹਾਈ ਕਮਾਂਡ ਦਾ ਵੀ। ਉਹ ਕਿੰਨਾ ਕੁ ਜੇ ਤੱਥ ਤਾਂ ਨਹੀਂ ਹੈ ਕੋਈ ਇਹਦੀ ਪੁਸ਼ਟੀ ਇਹੋ ਜਿਹੀ ਵੀ ਆਪਸਦਾਰੀ 'ਚ ਕਿੰਨਾ ਕੁ, ਪਰ ਇਹ ਰੋਲ ਬਿਲਕੁਲ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਜਿਹੜਾ ਅਗਲਾ ਤੁਸੀਂ ਗੱਲ ਕੀਤੀ ਹੈ ਕਿ ਉਹ ਜਲੰਧਰ ਦੀ,
ਮੈਨੂੰ ਲੱਗਦਾ ਕਿ ਸਾਡੇ ਇੱਕ ਨੁਕਸ ਹੈ ਬਹੁਤ ਵੱਡਾ ਸਾਡੇ ਬੰਦਿਆਂ 'ਚ, ਉਹ ਕੋ ਨਾ ਚੱਲੀ ਬਾਬਾ ਤਿਹਾਈ ਵਾਲੀ ਗੱਲ ਹੋ ਜਾਂਦੀ ਹੈ ਤੇ ਅਸੀਂ ਬਹੁਤ ਜਲਦੀ ਪਾਵਰ ਗ੍ਰੈਬਿੰਗ ਵਾਲੇ ਪਾਸੇ ਭੱਜਦੇ ਹਾਂ। ਫਿਰ ਫਟਾਫਟ ਚੋਣ ਲੜਨੀ ਹੈ, ਮੈਂ ਲੜਨੀ ਹੈ, ਮੇਰੇ ਬੰਦੇ ਨੇ ਲੜਨੀ ਹੈ। ਇਹ ਲੋਕਾਂ ਤੇ ਭਰੋਸਾ ਜਿਹੜਾ ਵੱਜਦਾ ਜਾਂਦਾ ਹੁੰਦਾ ਨਾ, ਉਹ ਵੀ ਟੁੱਟ ਜਾਂਦਾ ਉਹ ਸਾਰੇ ਮਾਮਲੇ ਦੇ ਵਿੱਚ। ਔਰ ਜੇ ਤੁਸੀਂ ਇੱਕ ਕਰੂਸੇਡ ਕਰ ਰਹੇ ਹੋ, ਇੱਕ ਜੰਗ ਲੜ ਰਹੇ ਹੋ, ਤਾਂ ਜੰਗੀ ਜਿਹੜਾ ਅੰਦੋਲਨ ਦਾ ਰਸਤਾ ਹੁੰਦਾ, ਬੇਬਾਕੀ ਦਾ ਰਸਤਾ ਹੁੰਦਾ, ਇਹ ਕਿਸੇ ਚੋਣ ਤੋਂ ਘੱਟ ਨਹੀਂ ਹੁੰਦਾ। ਚੋਣਾਂ ਜਿਹੜੇ ਲੜਨਗੇ ਉਹਨਾਂ ਨੂੰ ਜਵਾਬਦੇਹ ਬਣਾ ਦਿੰਦਾ ਇਹ ਰਸਤਾ, ਜੇਕਰ ਤੁਸੀਂ ਉਸ ਰਸਤੇ ਵਿੱਚ ਜਾਂਦੇ ਹੋ, ਉਹ ਉਸ ਰਸਤੇ ਵਿੱਚੋਂ ਹੋ ਕੇ ਜਾਂਦੇ ਹੋ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਜਿਹੜਾ ਉਸ ਚੋਣ ਦਾ ਏਜੰਡਾ ਬਿਨਾਂ ਸ਼ੱਕ ਨਸ਼ੇ ਦਾ ਮੁੱਦਾ ਏਜੰਡਾ ਬਣੂਗਾ। ਬੀਜੇਪੀ ਦੀ ਪ੍ਰਦੇਸ਼ ਕਮੇਟੀ ਵੀ ਮਾਰਚ ਦੇ ਵਿੱਚ ਕੰਪੇਨ ਕਰਨ ਜਾ ਰਹੀ ਹੈ ਨਸ਼ੇ ਤੇ। ਬਲਵਿੰਦਰ ਸੇਖੋਂ ਹੋਣੀ ਵੀ ਮੇਨਲੀ ਨਸ਼ੇ ਨੂੰ ਫੋਕਸ ਹੀ ਕਰ ਰਹੇ ਨੇ, ਨਸ਼ੇ ਤੇ ਹੀ ਹਾਈ ਕੋਰਟ ਦੇ ਨਾਲ ਉਹਨਾਂ ਦਾ ਖਹਿਬਾਜੀ ਹੋਈ ਹੈ ਕਿ ਤੁਸੀਂ ਇਹ ਦੱਬੀ ਕਿਉਂ ਬੈਠੇ ਹੋ, ਜਾਏ ਇੱਥੇ ਕੋਈ ਫੈਸਲਾ ਕੋਰਟ ਕਿਉਂ ਨਹੀਂ ਕਰਦੀ। ਔਰ ਇਹ ਮੁੱਦਾ ਪਹਿਲਾਂ ਵੀ ਪੰਜਾਬ ਦਾ ਮੁੱਦਾ ਤੇ ਹੁਣ ਵੀ ਪੰਜਾਬ ਦਾ ਮਤਲਬ ਉਸ ਲੈਵਲ ਦਾ ਮੁੱਦਾ। ਔਰ ਇਦੋਂ ਵੱਡਾ ਕੋਈ ਮੁੱਦਾ ਪੰਜਾਬ ਦਾ ਮੁੱਦਾ ਉਹ ਹੋਵੇ ਕਿ ਇਹ ਜੇ ਹੋਰ ਜਿਹੜਾ ਨਵਜੋਤ ਸਿੱਧੂ ਦਾ ਨਾਲ ਇੱਕ ਕੰਪੈਰੀਜ਼ਨ ਹੈ, ਨਵਜੋਤ ਸਿੱਧੂ ਦਾ ਇੱਕ ਸੈਲੀਬ੍ਰਿਟੀ ਸਟੇਟਸ ਉਦੋਂ ਪਹਿਲਾਂ ਵੀ ਸੀ ਕ੍ਰਿਕਟਰ ਦੇ ਤੌਰ ਤੇ ਬਾਕੀ, ਤੇ ਨਾਲ ਦੀ ਨਾਲ ਕਰਤਾਰਪੁਰ ਸਾਹਿਬ ਕੋਰੀਡੋਰ ਕਰਕੇ ਉਹਦਾ ਕੱਦ ਕਾਫੀ ਜ਼ਿਆਦਾ ਵਧਿਆ ਸੀਗਾ, ਕਿਉਂਕਿ ਉਹ ਕਾਰਨ ਸੀ ਜਦੋਂ ਗਵਰਨਮੈਂਟ ਆਫ ਇੰਡੀਆ ਤੱਕ, ਉਹਦੀ ਆਪਣੀ ਪਾਰਟੀ ਤੱਕ, ਬਾਕੀ ਦੇ ਲੋਕ ਉਹਦੇ ਵਿਰੋਧ 'ਚ ਖੜੇ ਹੋ ਗਏ ਸੀ। ਕਰਤਾਰਪੁਰ ਸਾਹਿਬ ਲਾਂਘੇ ਤੇ ਉਹਨੇ ਆਪਣਾ ਸਟੈਂਡ ਕਾਇਮ ਰੱਖਿਆ, ਤਾਂ ਪੰਜਾਬ ਦੇ ਵਿੱਚ ਖਾਸ ਤੌਰ ਤੇ ਸਿੱਖਾਂ ਦੇ ਵਿੱਚ ਇੱਕ ਸੈਂਟੀਮੈਂਟ ਹੋਇਆ ਕਿ ਬੰਦਾ ਸਟੈਂਡ ਕਰਦਾ ਇਸ ਸਾਰੇ ਮਾਮਲੇ ਦੇ ਵਿੱਚ, ਹੈ ਨਾ। ਔਰ ਉਹਦਾ ਕੱਦ ਉਹ ਵੀ ਬਰਕਰਾਰ ਨਹੀਂ ਰੱਖ ਪਾਇਆ। ਉਹ ਕੱਦ ਫਿਰ ਜਦੋਂ ਦੂਜੀਆਂ ਗਿਣਤੀਆਂ 'ਚ ਪਿਆ, ਬਾਕੀ ਦੀਆਂ ਚੀਜ਼ਾਂ 'ਚ ਇੱਕ ਏਜੰਡਾ ਵੀ ਟਰਾਈ ਕੀਤਾ ਇਧਰੋਂ ਕਰਕੇ, ਇਧਰੋਂ ਵੀ ਆਹ ਹੋਣਾ ਚਾਹੀਦਾ ਹੈ, ਪਾਕਿਸਤਾਨ ਨਾਲ ਬਿਹਤਰ ਸੰਬੰਧਾਂ ਦਾ ਸਵਾਲ ਹੈ, ਸਾਡੇ ਸੂਬੇ ਨੂੰ ਅਧਿਕਾਰਾਂ ਦਾ ਸਵਾਲ ਹੈ, ਮੈਨੂੰ ਹੀ ਚੀਫ ਮਿਨਿਸਟਰ ਬਣਾਓ। ਪਰ ਜਿਹੜਾ ਮੈਨੂੰ ਹੀ ਚੀਫ ਮਿਨਿਸਟਰ ਬਣਾਉਣ ਦਾ ਇੱਕੋ ਇੱਕ ਜਿੱਦ ਸੀ ਨਾ, ਉਹ ਏਜੰਡੇ ਦੀ ਇਖਲਾਕੀ ਤਾਕਤ ਮੇਰੇ ਖਿਆਲ ਨਾਲ ਉਹਨੇ ਉਹ ਕਰਤੀ ਹੈ, ਡਾਊਨ ਕਰਤੀ ਹੈ ਉਸ ਪੱਧਰ ਦੇ ਉੱਤੇ। ਜੇ ਉਹ ਕਰਸੇਡਰ ਇਸ ਲੈਵਲ ਤੇ ਹੁੰਦਾ, ਉਸਦੇ ਵੀ ਇਸ ਏਜੰਡੇ ਤੇ ਕੋਈ ਵੀ ਬਣੇ ਕੋਈ ਨਾ ਬਣੇ, ਏਜੰਡਾ ਆਏ ਇਹਦੇ ਤੇ ਮੂਵਮੈਂਟ ਲੜੀ ਜਾਊਗੀ, ਸੱਤਾ 'ਚ ਮੈਂ ਆਉਣਾ ਕੋਈ ਆਵੇ, ਅਸੀਂ ਇਸੇ ਤੇ ਕੰਮ ਕਰਨਾ ਤੇ ਇਹ ਪੰਜਾਬ ਦੀ ਕਿਸਮਤ ਦਾ ਫੈਸਲਾ ਕਰੂਗਾ ਇਹ ਏਜੰਡਾ। ਉਹ ਡਿਟਰਮੀਨੇਸ਼ਨ ਜਿਹੜੀ ਹੁੰਦੀ ਹੈ, ਜਦੋਂ ਤੁਸੀਂ ਫਿਰ ਰੁੱਸ ਕੇ ਬਹਿ ਜਾਂਦੇ ਹੋ, ਤੁਹਾਨੂੰ ਕੋਈ ਨਹੀਂ ਬਣਾਉਂਦਾ, ਇੰਨੇ ਦਿਨ ਕਿਸੇ ਦਾ ਫੋਨ ਨਹੀਂ ਚੱਕਦੇ, ਇਹਦਾ ਮਤਲਬ ਤੁਸੀਂ ਵੀ ਉਸ ਕੁਰਸੀ ਦੇ ਜ਼ਿਆਦਾ ਦਾਅਵੇਦਾਰ ਹੋ, ਏਜੰਡਾ ਸੈਕੰਡਰੀ ਹੋ ਜਾਂਦਾ। ਔਰ ਇਸੇ ਤਰੀਕੇ ਦੇ ਨਾਲ ਜੇਕਰ ਬਲਵਿੰਦਰ ਸੇਖੋਂ ਨੇ ਵੀ ਪਹਿਲਾਂ ਆਪਣੇ ਏਜੰਡੇ ਤੇ ਰਹੋ, ਏਜੰਡਾ ਚਲਾਓ ਉਸ ਪੱਧਰ ਤੇ। ਪਾਰਲੀਮੈਂਟ ਦੀ ਬਹੁਤ ਬੜੀ ਸੀਟ ਹੁੰਦੀ ਹੈ। ਨਵਜੋਤ ਸਿੱਧੂ ਪਾਰਟੀ ਪ੍ਰੈਜ਼ੀਡੈਂਟ ਵੀ ਸੀ ਉਸ ਸਮੇਂ ਤੱਕ, ਕੱਲਾ ਐ ਨਹੀਂ ਸੀ ਕਿ ਆਈਸੋਲੇਸ਼ਨ 'ਚ ਇੱਕ ਆਦਮੀ ਕੱਲਾ ਨਹੀਂ ਸੀ, ਮਤਲਬ ਉਹਦੇ ਕੰਪੈਰੀਜ਼ਨ ਜੋਗਾ ਤਾਂ ਅਜੇ ਨਹੀਂ ਖੈਰ ਉਸ ਲੈਵਲ ਤੇ। ਪਰ ਜਿਹੜਾ ਬੰਦਾ ਵੀ ਪੰਜਾਬ ਦੇ ਵਿੱਚ ਥੋੜਾ ਬਹੁਤ ਦਲੇਰੀ ਨਾਲ ਕੋਈ ਸਵਾਲ ਉਠਾਉਂਦਾ, ਲੋਕ ਉਹਦਾ ਵੈਲਕਮ ਜ਼ਰੂਰ ਕਰਦੇ ਨੇ ਉਹਨਾਂ ਕੁ, ਪਰ ਵੈਲਕਮ ਦਾ ਸਾਈਜ਼ ਕਿੰਨਾ ਕੁ ਹੈ ਇਹ ਆਪੋ ਆਪਣੇ ਅੰਦਾਜ਼ੇ ਦਾ ਕੁਐਸਚਨ ਹੈ, ਹਰੇਕ ਬੰਦੇ ਦਾ ਅੰਦਾਜ਼ਾ ਹੈ ਤੇ ਸਾਰਿਆਂ ਦਾ ਆਪੋ ਆਪਣਾ ਅੰਦਾਜ਼ਾ ਹੈ, ਤੇ ਇਹ ਆਉਣ ਵਾਲੇ ਸਮਾਂ ਦੱਸ ਦੂਗਾ ਕਿ ਕਿੰਨਾ ਕੁ ਫਰੂਟਫੁਲ ਰਹਿੰਦਾ ਇਹ ਅੰਦਾਜ਼ਾ ਵੀ। ਬਲਵਿੰਦਰ ਸੇਖੋਂ ਪੰਜਾਬ ਦੇ ਲੋਕਾਂ ਦੇ ਵਿੱਚ ਇਸ ਵੇਲੇ ਸਭ ਤੋਂ ਚਰਚਿਤ ਨਾਵਾਂ 'ਚ ਸ਼ਾਮਲ ਹੈ। ਔਰ ਮੈਂ ਜਦੋਂ ਜ਼ਿਕਰ ਕੰਪੈਰੀਜ਼ਨ ਦਾ ਨਹੀਂ ਕਰ ਰਿਹਾ ਸੀ, ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਨੇ ਏਜੰਡਾ ਸੈੱਟ ਕਰਤਾ ਸੀ ਇਲੈਕਸ਼ਨ ਦੇ ਵਿੱਚ ਰਵਾਇਤੀ ਪਾਰਟੀਆਂ ਨੂੰ ਰੱਦ ਕਰਨ ਦਾ, ਜਾਂ ਜਿਹੜੀ ਲੰਘੀ ਚੋਣ ਅਸੈਂਬਲੀ ਦੀ 2022 ਵਾਲੀ, ਨਵਜੋਤ ਸਿੰਘ ਸਿੱਧੂ ਨੇ ਆਪਣੇ ਏਜੰਡੇ ਅੱਗੇ ਵਧਾ ਕੇ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਖੂੰਜੇ ਲਵਾ ਕੇ ਇੱਕ ਨਵੀਂ ਧਾਰਾ ਦੇ ਚੋਂ ਨਿਕਲੀ। ਸਿੱਧੂ ਨੂੰ ਹਾਸਲ ਕੁਝ ਜ਼ਿਆਦਾ ਨਹੀਂ ਹੋਇਆ, ਪਰ ਇਹਦੇ ਵਿੱਚ ਜਿਹੜੀ ਬਲਵਿੰਦਰ ਸੇਖੋਂ ਨਸ਼ੇ ਜਾਂ ਬਾਕੀ ਚੀਜ਼ਾਂ ਦੀ ਲੜਾਈ ਇੱਕ ਨੈਰੇਟਿਵ ਸੈੱਟ ਕਰਨਗੇ, ਜੇ ਮੰਨ ਲਓ ਇਹ ਅਜੇ ਫਿਲਹਾਲ ਲੱਗਦਾ, ਹੁਣ ਦੀ ਗੱਲ ਕਰ ਰਹੇ ਹਾਂ, 2 ਮਹੀਨੇ 3 ਮਹੀਨੇ 4 ਮਹੀਨੇ ਬਾਅਦ ਜੇ ਇਲੈਕਸ਼ਨ ਹੁੰਦੀ ਉਦੋਂ ਦ੍ਰਿਸ਼ ਕੀ ਹੋਵੇਗਾ ਨਹੀਂ ਪਤਾ। ਅੱਜ ਦੇ ਦਿਨ 'ਚ ਜਦੋਂ ਤੁਸੀਂ ਬੈਠੇ ਆ ਤੇ ਉਦੋਂ ਉਹ ਇਸ ਇਲੈਕਸ਼ਨ ਦਾ ਚੋਣ ਦ੍ਰਿਸ਼ ਨਿਰਧਾਰਿਤ ਕਰ ਸਕਣਗੇ, ਇਹ ਇਸ ਵੇਲੇ ਵੱਡਾ ਸਵਾਲ ਹੈ। ਹਾਲਾਂਕਿ ਬਲਵਿੰਦਰ ਸੇਖੋਂ ਵੀ ਉਸੇ ਹੀ ਲਹਿਰ ਤੇ ਤੁਰੇ ਨਜ਼ਰ ਆਉਂਦੇ ਆ ਜਿਹਦੇ ਤੇ ਸਿੱਧੂ ਔਰ ਕੁੰਵਰ ਵਿਜੇ ਪ੍ਰਤਾਪ ਆਉਂਦੇ ਆ। ਉਹ ਵੀ ਆਪਣੇ ਆਪ ਨੂੰ ਕੱਟੜ ਕਮਿਟਮੈਂਟ ਵਾਲਾ ਦੱਸਦੇ ਆ, ਕੱਟੜ ਇਮਾਨਦਾਰ ਦੱਸਦੇ ਆ, ਔਰ ਦੂਜਿਆਂ ਨੂੰ ਰੱਦ ਕਰਦੇ ਤੁਰੇ ਜਾਂਦੇ ਆ। ਬਲਵਿੰਦਰ ਸੇਖੋਂ ਵੀ ਦੂਜਿਆਂ ਨੂੰ ਰੱਦ ਕਰਨ ਦੀ ਪ੍ਰਵਿਰਤੀ ਵਿੱਚ ਜ਼ਿਆਦਾ ਦਿਸ ਰਿਹਾ। ਹਾਲਾਂਕਿ ਉਹਨਾਂ ਦੀ ਕੈਪੈਸਿਟੀ ਵੱਧ ਹੋ ਸਕਦੀ ਹੈ ਜੇ ਉਹ ਸਵੈ ਸੰਜਮ ਨਾਲ, ਜਾਬਤੇ ਨਾਲ ਚੱਲਣ। ਔਰ ਇਸ ਵੇਲੇ ਸਭ ਤੋਂ ਵੱਡਾ ਸੰਕਟ ਉਹਨਾਂ ਦੇ ਸਾਹਮਣੇ ਆ ਕਿ ਉਹ ਉਸੇ ਲਾਈਨ ਤੇ ਆ, ਦੂਜਿਆਂ ਨੂੰ ਰੱਦ ਕਰ ਦਿਓ। ਉਹ ਸਾਰੀ ਗੱਲ ਜੇ ਆਪਣੇ ਵਿੱਚੋਂ ਮਾਈਨਸ ਕਰਨ ਤੇ ਮੇਰੇ ਖਿਆਲ ਉਹਨਾਂ ਨੂੰ ਕਾਫੀ ਸਪੋਰਟ ਮਿਲ ਸਕਦੀ ਆ। ਹਾਂ ਭਾਸਕਰ ਸਾਹਿਬ, ਅਗਲੀ ਗੱਲ ਜਿਹੜੀ ਆ, 2 ਮੁੱਦੇ ਨੇ। ਮੈਂ ਅੰਮ੍ਰਿਤਪਾਲ ਵਾਲਾ ਮੁੱਦਾ ਸਰਦਾਰ ਹਮੀਰ ਸਿੰਘ ਜੀ ਕੋਲ ਲੈ ਕੇ ਜਾਣਾ ਚਾਹੁੰਦਾ ਕਿ ਉਹਨਾਂ ਨੂੰ ਇੱਕ ਵਾਰੀ ਫਿਰ ਦ੍ਰਿਸ਼ ਵਿੱਚ ਵੱਡਾ ਕੀਤਾ ਗਿਆ। ਉਸ ਤੋਂ ਪਹਿਲਾਂ ਜਿਹੜਾ ਮਨੀਸ਼ ਸਿਸੋਦੀਆ ਦੀ ਅੱਜ ਪੇਸ਼ੀ ਹੈ ਤੇ ਤੁਸੀਂ ਇੱਕ ਟਿੱਪਣੀ ਦਿਓ। ਮਨੀਸ਼ ਸਿਸੋਦੀਆ ਉਹਨਾਂ ਨੂੰ CBI ਨੇ
ਉਹ ਜਿਹੜੀ ਐਕਸਾਈਜ਼ ਪਾਲਿਸੀ ਦਾ ਮਾਮਲਾ ਸੀਗਾ ਦਿੱਲੀ ਦਾ ਸੱਦ ਲਿਆ। ਹੁਣੇ 11 ਵਜੇ ਉਹਨਾਂ ਨੂੰ ਸੀਬੀਆਈ ਹੈੱਡਕੁਆਟਰ ਦੇ ਵਿੱਚ ਪੇਸ਼ ਹੋ ਕੇ ਕੁਝ ਪੁੱਛਗਿੱਛ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਸੀਂ ਅਗਰ ਇਸ ਕੇਸ ਨੂੰ ਧਿਆਨ ਨਾਲ ਦੇਖੋ ਤੇ ਸੀਬੀਆਈ ਨੇ ਇੱਕ ਚਾਰਜ ਸ਼ੀਟ ਫਰੇਮ ਕੀਤੀ ਸੀਗੀ, ਚਾਰਜਸ ਫਰੇਮ ਕੀਤੇ ਸੀ, FIR ਦਾਇਰ ਕੀਤੀ ਸੀ। ਉਸ FIR ਦੇ ਵਿੱਚ ਮਨੀਸ਼ ਸਿਸੋਦੀਆ ਉਹਨਾਂ ਨੂੰ ਆਰੋਪੀ ਨੰਬਰ 1 ਬਣਾਇਆ ਸੀ, ਹੋਰ 15 ਨਾਂ ਉਸ ਲਿਸਟ ਦੇ ਵਿੱਚ ਹੋਰ ਸੀ। ਕਾਫੀ ਸਾਰੇ ਉਸ ਲਿਸਟ ਦੇ ਵਿੱਚੋਂ ਅਰੈਸਟ ਹੋ ਚੁੱਕੇ ਨੇ। ਡਾਟ ਤੋਂ ਡਾਟ ਮਿਲਾ ਕੇ ਸੀਬੀਆਈ ਆਪਣੀ ਇਨਵੈਸਟੀਗੇਸ਼ਨ ਨੂੰ ਅੱਗੇ ਵਧਾ ਰਹੀ ਹੈ, ਨਾਲ ਈਡੀ ਦੀ ਇਨਵੈਸਟੀਗੇਸ਼ਨ ਵੀ ਪੈਰਲਲ ਤਰੀਕੇ ਨਾਲ ਅੱਗੇ ਵਧ ਰਹੀ ਹੈ। ਬਹੁਤ ਸਾਰੇ ਲੋਕਾਂ ਨੂੰ ਅਰੈਸਟ ਕੀਤਾ ਜਾ ਚੁੱਕਿਆ, ਜਿਨ੍ਹਾਂ ਦੇ ਵਿੱਚ ਵਿਜੇ ਨਾਇਰ ਔਰ ਰਾਜੇਸ਼ ਜੋਸ਼ੀ ਜਿਹੜੇ ਐਡਵਰਟਾਈਜ਼ਿੰਗ ਏਜੰਸੀ ਚਲਾਉਂਦੇ ਸੀਗੇ ਗੋਆ ਦੇ ਵਿੱਚ, ਜਿਨ੍ਹਾਂ ਨੂੰ 30 ਕਰੋੜ ਰੁਪਏ ਲੈਣ ਦੇ ਵਾਸਤੇ, ਯਾਨੀ ਉਹ ਵਾਲਾ ਇੱਕ ਮਾਮਲੇ ਦੇ ਵਿੱਚ ਗ੍ਰਿਫਤਾਰ ਵੀ ਕੀਤਾ ਗਿਆ ਹੈ। ਗੌਤਮ ਮਲਹੋਤਰਾ ਜਿਹੜੇ ਦੀਪ ਮਲਹੋਤਰਾ ਉਹਨਾਂ ਦੇ ਬੇਟੇ ਹੈ, ਉਹ ਵੀ ਗ੍ਰਿਫਤਾਰ ਹੋ ਚੁੱਕੇ ਨੇ। ਔਰ ਉਹ ਵੀ ਇੱਕ ਮਾਮਲਾ ਸਾਹਮਣੇ ਆਇਆ ਸੀਗਾ ਜਿਹਦੇ ਵਿੱਚ ਮਹਾਦੇਵ ਲਿੱਕਰ ਜਿਹੜੀ ਇੱਕ ਹੋਲਸੇਲ ਲਾਇਸੈਂਸ ਦਿੱਲੀ ਦੇ ਵਿੱਚ ਦਿੱਤਾ ਗਿਆ ਸੀ, ਔਰ ਪੰਜਾਬ ਦਾ ਉਹ ਕਨੈਕਸ਼ਨ ਜਦ ਉਹਨਾਂ ਦੀ 2 ਡਿਸਟਿਲਰੀ ਨੂੰ ਇੱਥੇ ਰੋਕ ਕੇ ਬੰਦ ਕਰਕੇ ਉਹਨਾਂ ਦੇ ਉੱਤੇ ਦਬਾਅ ਪਾਇਆ ਗਿਆ ਸੀਗਾ ਕਿ ਤੁਸੀਂ ਦਿੱਲੀ ਦਾ ਆਪਣਾ ਲਾਇਸੈਂਸ ਸਰੈਂਡਰ ਕਰ ਦਿਓ। ਇਹਨਾਂ ਸਾਰੇ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਹੁਣ ਅੱਗੇ ਵੱਧਦੀ ਨਜ਼ਰ ਆ ਰਹੀ ਹੈ। ਮਨੀਸ਼ ਸਿਸੋਦੀਆ ਉਹਨਾਂ ਹੁਣ ਤੋਂ ਘੰਟੇ ਡੇਢ ਘੰਟੇ ਬਾਅਦ ਸੀਬੀਆਈ ਦੇ ਹੈੱਡਕੁਆਟਰ ਦੇ ਵਿੱਚ ਨਜ਼ਰ ਆਣਗੇ। ਅੱਗੇ ਚੱਲ ਕੇ ਇਸ ਮੁੱਦੇ ਦੇ ਉੱਤੇ ਕਿੰਨੀ ਕੁ ਮੁਸ਼ਕਿਲਾਂ ਮਨੀਸ਼ ਸਿਸੋਦੀਆ ਉਹਨਾਂ ਦੀ ਵੱਧ ਸਕਦੀਆਂ, ਉਹਦਾ ਅੰਦਾਜ਼ਾ ਹਾਲ ਹੀ 'ਚ ਹੀ ਹੋਈਆਂ ਅਰੈਸਟ ਦੇ ਰਾਹੀਂ ਤੁਸੀਂ ਲਾ ਸਕਦੇ ਹੋ। ਔਰ ਅਰਵਿੰਦ ਕੇਜਰੀਵਾਲ ਉਹਨਾਂ ਦਾ ਵੀ ਇੱਕ ਟਵੀਟ ਔਰ ਇੱਕ ਪ੍ਰੈਸ ਕਾਨਫਰੰਸ ਕੱਲ ਜੋ ਮਨੀਸ਼ ਸਿਸੋਦੀਆ ਉਹਨਾਂ ਦੇ ਬੁਲਾਏ ਜਾਣ ਦੇ ਉੱਤੇ ਜਿਹੜੇ ਆਬਜੈਕਸ਼ਨ ਲਾਏ ਨੇ ਉਹਨਾਂ ਨੇ, ਔਰ ਖਾਸ ਕਰਕੇ ਉਹਨਾਂ ਨੂੰ ਤਦ ਬਹੁਤ ਜ਼ਿਆਦਾ ਇਤਰਾਜ਼ ਹੋਇਆ ਜਦ ਇੱਕ ਪੱਤਰਕਾਰ ਨੇ ਕਿਹਾ ਕਿ ਇਹ ਸ਼ਰਾਬ ਨੀਤੀ ਘੁਟਾਲੇ ਦੇ ਵਿੱਚ, ਕਹਿੰਦੇ ਇਹ ਘੁਟਾਲਾ ਹੈ ਹੀ ਨਹੀਂ। ਇਸ ਸ਼ਰਾਬ ਨੀਤੀ ਦੇ ਰਾਹੀਂ ਪੰਜਾਬ ਦੇ ਵਿੱਚ ਅਸੀਂ 48% ਐਕਸਾਈਜ਼ ਰੈਵਨਿਊ ਵਧਾਈ ਹੈ, ਔਰ ਤੁਸੀਂ ਉਹਨੂੰ ਘੁਟਾਲਾ ਕਹਿ ਰਹੇ ਹੋ। ਨਾਲ ਦੇ ਨਾਲ ਬੀਜੇਪੀ ਵਾਲੇ ਵੀ ਸਵਾਲ ਚੁੱਕਦੇ ਨੇ ਕਿ ਜੇ ਐਕਸਾਈਜ਼ ਪਾਲਿਸੀ ਇੰਨੀ ਹੀ ਚੰਗੀ ਸੀ ਫਿਰ ਦਿੱਲੀ ਤੋਂ ਵਿੱਚੋਂ ਵਿਡਰਾਅ ਕਿਉਂ ਕੀਤਾ। ਇਹਨਾਂ ਸਾਰੇ ਸਵਾਲਾਂ ਦੇ ਵਿੱਚ ਸੀਬੀਆਈ ਦੇ ਸਾਹਮਣੇ ਮਨੀਸ਼ ਸਿਸੋਦੀਆ ਅੱਜ ਪੇਸ਼ ਤਾਂ ਹੋਣਗੇ, ਲੇਕਿਨ ਪਹਿਲਾਂ ਇਹ ਸਾਰੇ ਜਿੰਨੇ ਵੀ ਮਾਮਲੇ ਜਿਵੇਂ ਤੁਸੀਂ ਦੱਸ ਰਹੇ ਹੋ, ਇੱਕ ਐਡਵਰਟਾਈਜ਼ਿੰਗ ਏਜੰਸੀ ਦੇ ਕਰਤਾ ਧਰਤਾ ਨੂੰ ਫੜਿਆ ਗਿਆ ਜਿਹਦੇ ਤੇ ਕਥਿਤ ਤੌਰ ਤੇ ਜਿਹੜੇ ਤੁਸੀਂ ਜ਼ਿਕਰ ਕੀਤੇ 30 ਕਰੋੜ ਜਾਂ ਬਾਕੀ ਇਹ ਲੈਣ ਦੇਣ ਦੀਆਂ ਗੱਲਾਂ ਨੇ, ਉਹ ਈਡੀ ਦਾ ਨਜ਼ਰੀਆ ਸੀਗਾ। ਹੁਣ ਇਹਦੇ ਚ ਸੀਬੀਆਈ FIR ਦਰਜ ਕਰਨ ਤੋਂ ਬਾਅਦ ਸ਼ਾਇਦ ਇਹ 2-3 ਮਹੀਨਿਆਂ ਬਾਅਦ 3 ਮਹੀਨੇ ਬਾਅਦ ਇੱਕ ਵਾਰੀ ਮਨੀਸ਼ ਸਿਸੋਦੀਆ ਨੂੰ ਸੱਦ ਰਹੀ ਆ। ਕੀ ਇਨ ਦਾ ਮੇਨ ਟਾਈਮ ਉਹਨੇ ਆਪਣਾ ਹੋਮਵਰਕ ਪੂਰਾ ਕੀਤਾ ਔਰ ਉਹਦੇ ਕੋਲ ਸਫੀਸ਼ੀਐਂਟ ਉਹ ਚੀਜ਼ਾਂ ਹੈਗੀਆਂ ਨੇ ਜਿਹਦੇ ਵਿੱਚ ਉਹ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਵੀ ਪਾ ਸਕਣ? ਐਸੀ ਕਨਸੋ ਹੈ ਕਿ ਇਹ ਅੱਜ ਦਾ ਦਿਨ ਵੱਡਾ ਹੋ ਸਕਦਾ ਇਹ ਆਮ ਆਦਮੀ ਪਾਰਟੀ ਲਈ ਇਸ ਨਜ਼ਰੀਏ ਤੋਂ ਕਿ ਉਹਨਾਂ ਦਾ ਵੱਡਾ ਬੰਦਾ ਅੰਦਰ ਜਾਵੇ। ਮੈਂ ਸਰਦਾਰ ਹਰਮੀਤ ਸਿੰਘ ਜੀ ਬਹੁਤ ਸੰਖੇਪ ਦੇ ਵਿੱਚ ਹੀ ਕਰਾਂਗੇ। ਅੰਮ੍ਰਿਤਪਾਲ ਦੇ ਵਰਤਾਰੇ ਨੂੰ ਇੱਕ ਵਾਰੀ ਫਿਰ ਅਸੀਂ ਸੀਨ ਤੇ ਦੇਖ ਰਹੇ ਹਾਂ। ਅੰਮ੍ਰਿਤਪਾਲ ਦੇ ਖਿਲਾਫ ਇੱਕ FIR ਦਾ ਜ਼ਿਕਰ ਹੋ ਰਿਹਾ, ਇੱਕ ਕੁੱਟਮਾਰ ਦਾ ਜ਼ਿਕਰ ਹੋ ਰਿਹਾ। ਉਸ ਤੋਂ ਬਾਅਦ ਉਹ ਆਪਣੇ ਪਿੰਡ ਜੱਲੂਪੁਰ ਖੇੜਾ ਦੇ ਵਿੱਚ ਇਕੱਠ ਸੱਦਦੇ ਆ। ਅੱਜ ਉਹ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਪਿੰਡ ਦੇ ਵਿੱਚ ਸੰਦੀਪ ਸਿੱਧੂ, ਉਹਦੇ ਦੀਪ ਸਿੱਧੂ ਦੇ ਬਰਸੀ ਸਮਾਗਮ ਕਰ ਰਿਹਾ ਔਰ ਉਹਨਾਂ ਨੇ ਚੈਲੰਜ ਕੀਤਾ ਕਿ ਮੈਨੂੰ ਤੁਸੀਂ ਗ੍ਰਿਫਤਾਰ ਕਰਨਾ ਕਰ ਲਓ, ਮੈਂ ਕਦੇ ਭੱਜਿਆ ਹੋਇਆ ਨਹੀਂ, ਪੁਲਿਸ ਐਵੇਂ ਤੰਗ ਪਰੇਸ਼ਾਨ ਨਾ ਕਰੇ, ਮੇਰੇ ਬੰਦੇ ਛੱਡੇ। ਇੱਕ ਵਾਰੀ ਚੀਜ਼ਾਂ ਫਿਰ ਉਵੇਂ ਹੀ ਅੱਗੇ ਵਧ ਰਹੀਆਂ ਜਿਸ ਤਰੀਕੇ ਨਾਲ ਆਪਾਂ ਮੰਨਦੇ ਹਾਂ ਕਿ ਇਹ ਛੋਟੇ ਛੋਟੇ ਵਰਤਾਰੇ ਕਿੰਨੇ ਵਿਸ਼ਾਲ ਕੈਨਵਸ ਦੇ ਉੱਤੇ ਖੜੇ ਕਰਤੇ ਜਾਂਦੇ ਆ। ਇਹਦੀ ਟਾਈਮਿੰਗ ਨੂੰ ਲੈ ਕੇ, ਚੀਜ਼ਾਂ ਨੂੰ ਲੈ ਕੇ ਕਿਵੇਂ ਸੋਚਦੇ ਹੋ? ਅਸਲ 'ਚ ਪਿਛਲੇ ਲੰਮੇ ਕੁਝ ਸਮੇਂ ਤੋਂ ਜਦੋਂ ਤੋਂ ਅੰਮ੍ਰਿਤਪਾਲ ਨੇ ਆਪਣਾ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਖਾਲਸਾ ਵਹੀਰ, ਜਦੋਂ ਚਰਚਾ 'ਚ ਸੀ ਉਦੋਂ ਪਹਿਲਾਂ ਵੀ ਤੇ ਉਦੋਂ ਤੱਕ ਵੀ, ਹੁਣ ਇੱਕ ਗੈਪ ਪਿਆ ਕਾਫੀ ਸਮੇਂ ਤੋਂ, ਜਿਵੇਂ ਉਹਨਾਂ ਦਾ ਕੋਈ ਬਹੁਤ ਜ਼ਿਆਦਾ ਕੋਈ ਚਰਚਿਤ ਰੋਲ ਜਾਂ ਬਾਕੀ ਦਿਖਾਈ ਨਹੀਂ ਸੀ ਦਿੱਤਾ। ਔਰ ਅੰਮ੍ਰਿਤਪਾਲ ਉਦੋਂ ਬਾਅਦ ਕਿੱਥੇ, ਜਿਵੇਂ ਪਹਿਲਾਂ ਜੀਰੇ ਵੀ ਗਏ, ਉਦੋਂ ਬਾਅਦ ਬਹਿਬਲ ਵੀ, ਤੇ ਹੁਣ ਲਾਸਟ ਜਿਹੜਾ ਮੋਰਚਾ ਲੱਗ ਰਿਹਾ ਇਹ ਕੌਮੀ ਇਨਸਾਫ ਮੋਰਚਾ। ਇਹਨਾਂ ਸਾਰੀਆਂ ਜਗ੍ਹਾ ਤੇ ਜੋ ਟੋਨ ਸੀ ਅੰਮ੍ਰਿਤਪਾਲ ਸਿੰਘ ਦੀ, ਉਹਨੂੰ ਮੇਰੇ ਖਿਆਲ ਨਾਲ ਸਵੀਕਾਰਿਆ ਨਹੀਂ ਗਿਆ ਵੱਡੇ ਪੱਧਰ ਦੇ ਉੱਤੇ। ਖਾਸ ਤੌਰ ਤੇ ਇੱਥੇ ਤਾਂ ਕੌਮੀ ਇਨਸਾਫ ਮੋਰਚਾ 'ਚ ਤਾਂ ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਕਿ ਉਹ ਜਿਹੜੇ ਕਾਰਨ ਕਰਕੇ ਗਏ ਨੇ ਖਾਲਿਸਤਾਨ ਦਾ ਮੁੱਦਾ, ਜਾਂ ਦੂਜੀ ਗੱਲ 4 ਛਡਾ ਲਓਗੇ 30 ਨੂੰ 300 ਫੜਾ ਲਓਗੇ, ਜਿਹੜੇ ਇਹ ਸ਼ਬਦਾਵਲੀਆਂ ਸਾਰੀਆਂ ਸੀ, ਤਾਂ ਮਤਲਬ ਉਹ ਨਿਗਲੈਕਟ ਕਰਨ ਵਾਲਾ ਇੱਕ ਤਰੀਕਾ ਸੀ ਮੋਰਚੇ ਨੂੰ ਵੀ ਜਾਂ ਬਾਕੀ। ਇਸ ਲਈ ਮੋਰਚਾ ਦੇ ਵਿੱਚ ਵੀ ਫਿਰ ਉਹਨੂੰ ਵੀ ਪਸੰਦ ਨਹੀਂ ਸੀ ਕੀਤਾ ਜਾ ਰਿਹਾ ਉਸ ਟੋਨ ਨੂੰ, ਕਿ ਇਸ ਲੈਵਲ ਦਾ ਚੱਲੇ। ਇਸ ਲੈਵਲ ਦਾ ਅੰਦਰੋਂ
ਜਗਤਾਰ ਸਿੰਘ ਹਵਾਰਾ ਵੱਲੋਂ ਵੀ ਬਾਕੀ ਵੀ ਇਹ ਚਾਰੇ ਮੰਗਾਂ ਨੇ ਇਹਦੇ ਤੇ ਕੇਂਦਰਿਤ ਕਰੋ, ਇਦੋਂ ਬਾਹਰ ਕੋਈ ਨਹੀਂ ਬੋਲੇਗਾ। ਇਹ ਸਾਰੀਆਂ ਗੱਲਾਂ ਉਦੋਂ ਬਾਅਦ ਸਟਾਰਟ ਹੋ ਜਾਣ ਕਿ ਆਪੋ ਆਪਣਾ ਕੋਈ ਨਹੀਂ, ਜਿਹਨੇ ਆਪੋ ਆਪਣਾ ਕਰਨਾ ਉਹ ਆਪਣਾ ਅਲੱਗ ਮੋਰਚਾ ਲਾ ਲਵੇ। ਉਦੋਂ ਤੋਂ ਬਾਅਦ ਉਹਨਾਂ ਦੀ ਮੈਰਿਜ ਵੀ ਹੋ ਜਾਂਦੀ ਹੈ। ਮੈਰਿਜ ਤੋਂ ਬਾਅਦ ਆਪਣੇ ਪਿੰਡ ਗੁਰਦੁਆਰੇ ਦੇ ਵਿੱਚ ਹੀ ਬੈਠਦੇ ਉਹ ਸਾਰਾ। ਹੁਣ ਇੱਕ ਕੇਸ ਆਇਆ ਸਾਹਮਣੇ ਚਰਚਾ, ਜਦੋਂ ਤੁਸੀਂ ਲਾਈਮਲਾਈਟ 'ਚ ਨਹੀਂ ਹੁੰਦੇ ਨਾ, ਤਾਂ ਲਾਈਮਲਾਈਟ 'ਚ ਨਹੀਂ ਹੁੰਦੇ, ਤੁਸੀਂ ਮੇਨ ਪਲੇਅਰ ਨਹੀਂ ਲੱਗਦੇ ਅਸਲ ਸਟੇਟ ਦੇ ਵਿੱਚ ਕਦੇ ਵੀ ਜਿਹੜੀਆਂ ਚੀਜ਼ਾਂ ਨੇ। ਤਾਂ ਲਾਈਮਲਾਈਟ ਕਿਹਨੇ ਲਿਆਂਦਾ? ਇੱਕ ਘਟਨਾ ਵਾਪਰਦੀ ਹੈ ਛੋਟੀ ਜੀ, ਬਰਿੰਦਰ ਸਿੰਘ ਨਾਂ ਦਾ ਇੱਕ ਨੌਜਵਾਨ ਹੈ ਜਿਹੜਾ ਇਹ ਐਲੀਗੇਸ਼ਨ ਲਾਉਂਦਾ ਹੈ ਕਿ ਮੇਰੇ ਨਾਲ ਇੰਨੇ ਬੰਦਿਆਂ ਨੇ ਕੁੱਟਮਾਰ ਕੀਤੀ। ਜਿਹੜਾ ਅਮਰਤਪਾਲ ਸਿੰਘ ਤੇ ਵੀ ਲਾਉਂਦਾ ਉਹ ਥਾਣੇ ਵੀ ਚਲਾ ਜਾਂਦਾ। ਉਹ ਨਹੀਂ ਲਾਉਂਦਾ ਕੱਲਾ, ਉਹਦੇ ਨਾਲ ਇੱਕ ਜਿਹੜੀ ਟਕਸਾਲ ਦਾ ਅਜਨਾਲਾ ਗਰੁੱਪ ਹੈ, ਅਮਰੀਕ ਸਿੰਘ ਅਜਨਾਲਾ ਦੀ ਵੀ ਇੱਕ ਵੀਡੀਓ ਆਉਂਦੀ ਹੈ ਤੇ ਉਹ ਵੀ ਇਹ ਗੱਲ ਦੀ ਤਸਦੀਕ ਕਰਦਾ ਕਿ ਹਾਂ ਉਹਨਾਂ ਦੇ ਸਿੰਘ ਆਏ ਸੀ ਇੱਥੇ, ਜੇ ਬੈਠ ਕੇ ਗੱਲ ਹੋ ਜਾਂਦੀ ਚੰਗੀ ਹੈ, ਉਹਦੇ ਨਾਲ ਖਿੱਚ ਤੂੰ ਕਰਨਾ ਜਾਏ ਚੰਗਾ ਨਹੀਂ ਲੱਗਿਆ, ਨਹੀਂ ਤਾਂ ਆਪਸਦਾਰੀ ਦੇ ਵਿੱਚ ਇਹ ਹੋ ਜਾਊਗਾ। ਐ ਲੱਗ ਰਿਹਾ ਜਿਵੇਂ ਉਹ ਕਿਤੇ ਉਸ ਟਕਸਾਲ 'ਚ ਗਿਆ ਹੋਇਆ ਬੰਦਾ ਹੁੰਦਾ ਜਾਂ ਉਹ ਕਿਤੇ ਇੱਥੇ ਆਉਂਦਾ, ਉਹਦੇ 'ਚ ਕੋਈ ਕਲੈਸ਼ ਇਸ ਲੈਵਲ ਦਾ ਨਜ਼ਰ ਆਉਂਦਾ। ਔਰ ਅਮਰਤਪਾਲ ਸਿੰਘ ਇਹ ਕਹਿ ਰਹੇ ਨੇ ਵੀ ਸਾਡਾ ਕੋਈ ਨਹੀਂ। ਲਵਪ੍ਰੀਤ ਸਿੰਘ ਜਿਹੜਾ ਉਹਨਾਂ ਦੇ ਨਾਲ ਦਾ ਇੱਕ ਫੜੇ ਅਰੈਸਟ ਕੀਤਾ ਇੱਕ ਦਿਨ ਦਾ, ਪੁਲਿਸ ਰਿਮਾਂਡ ਵੀ ਹੋਇਆ, ਪੁਲਿਸ ਨੇ ਫੜਿਆ, ਤੇ ਉਹਨਾਂ ਦਾ ਕਹਿਣਾ ਵੀ ਇਹ ਝੂਠਾ ਹੈ, ਸਾਡੇ ਬੰਦਿਆਂ ਨੂੰ ਫਸਾਇਆ ਜਾ ਰਿਹਾ। ਹੁਣ ਇਹ ਇੱਕ ਸਿੰਪਲ ਕੁੱਟਮਾਰ ਦਾ ਮਾਮਲਾ, ਮੈਨੂੰ ਲੱਗਦਾ ਇਹ 'ਚ 57 ਵਰਗਾ ਮਾਮਲਾ, ਇਹ 'ਚ ਵੱਡਾ ਮਾਮਲਾ ਨਹੀਂ ਹੋਏਗਾ। ਜੇ ਫਸਲ ਫਸਾਉਣ ਵਾਲਾ ਚੰਗਾ ਵੱਡਾ ਮਾਮਲਾ ਹੋਵੇ ਤਾਂ ਜੇ ਅਮਰਤਪਾਲ ਉਹਨਾਂ ਨੇ ਕੋਈ ਵੱਡੀ ਗੱਲ ਕੀਤੀ ਹੋਵੇ, ਉਹਦੇ ਜਥੇ ਨਹੀਂ ਕਿਸੇ ਬੰਦੇ ਦਾ ਕਤਲ, ਕਿਸੇ ਬੰਦੇ ਦਾ ਇੰਨਾ ਹਸਪਤਾਲ ਪਿਆ ਹੋਵੇ 300 ਇਰਾਦਾ ਕਤਲ ਦਾ ਮੁਕੱਦਮਾ ਜਾਂ ਬਾਕੀ ਦੇ ਹੁੰਦੇ, ਤਾਂ ਇਹ ਕਿਹਾ ਜਾਂਦਾ ਕਿ ਵੱਡਾ ਮਾਮਲਾ ਹੋ ਗਿਆ। ਇਸ ਲਈ ਮਾਮਲਾ ਨੋਮੀਨਲ ਹੈ। ਮੈਨੂੰ ਲੱਗਦਾ ਉਹਦੀ ਰੇਂਜ ਚੋਂ ਜ਼ਿਆਦਾ ਖਿੱਚ ਕੇ ਪਾਉਣਾ ਕਿ ਬਹੁਤ ਜ਼ਿਆਦਾ ਇੱਥੇ ਰਿਐਕਸ਼ਨ ਵੀ ਬਹੁਤ ਵੱਡੇ ਪੱਧਰ ਤੇ ਕਰ ਦੇ ਦੇਣਾ ਓਡਾ। ਔਰ ਇਹ ਵੀ ਮੇਰੇ ਖਿਆਲ ਕਿ ਸੰਜਮ ਦੀ ਗੱਲ ਨਹੀਂ ਹੁੰਦੀ। ਜਿਹੜਾ ਬੰਦਾ ਭਰਿਆ ਹੁੰਦਾ, ਜਿਹੜਾ ਬੰਦਾ ਤਾਕਤਵਰ ਹੁੰਦਾ, ਜਿਹੜਾ ਬੰਦੇ ਦਾ ਏਮ ਬਹੁਤ ਕਲੀਅਰ ਹੁੰਦਾ, ਮੈਨੂੰ ਲੱਗਦਾ ਉਹ ਓਵਰ ਰਿਐਕਟ ਨਹੀਂ ਕਰਦਾ। ਮੈਨੂੰ ਇਹ ਓਵਰ ਰਿਐਕਸ਼ਨ ਲੱਗਦਾ ਹੈ ਕੰਪੈਰੇਟਿਵਲੀ ਉਹ ਸਾਰੇ ਮਾਮਲੇ ਦੇ ਵਿੱਚ। ਔਰ ਉਹਨਾਂ ਚੀਜ਼ਾਂ ਨੂੰ ਦੇਖਣਾ ਜਿਹੜਾ ਬਹੁਤ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ। ਔਰ ਸ਼ਾਇਦ ਇਹ ਕੁੱਟਮਾਰ ਦਾ ਇੰਨਾ ਕੀ ਮਾਮਲਾ, ਪੁਲਿਸ ਵੀ ਐਡੀ ਤੇਜ਼ ਨਹੀਂ ਹੁੰਦੀ ਅੱਗੇ, ਮਾੜਾ ਜਿਹਾ ਕੁੱਟਮਾਰ ਤੇ ਜਾ ਕੇ ਪਰਚਾ ਦਰਜ ਕਰਦੇ, ਉਹ ਕਹਿੰਦੇ ਨੇ ਦੋਨੇ ਧਿਰਾਂ ਨੂੰ ਬੁਲਾ ਕੇ ਮਾਮਲਾ ਹੱਲ ਕਰ ਦਿੰਦੇ ਆ ਜਦ ਕੋਈ ਰੌਲਾ ਹੀ ਨਹੀਂ ਹੋਇਆ। ਤਾਂ ਕਿਤੇ ਨਾ ਕਿਤੇ ਇਹ ਪੈਟਰਨ ਵੀ ਲੱਗਦਾ ਹੈ। ਇਹਦਾ ਮਤਲਬ ਵੀ ਪਰਚਾ ਦਰਜ ਕਰੋ ਤੇ ਥੋੜਾ ਬਹੁਤ ਗਹਿਮਾ ਗਹਿਮੀ ਹੋਏਗੀ, ਪ੍ਰਚਾਰ ਹੋਏਗਾ, ਤਾਂ ਬਾਕੀ ਮੋਰਚਿਆਂ ਦੇ ਮੁਕਾਬਲੇ ਤਾਂ ਘੱਟੋ ਘੱਟ ਕੋਈ ਚੀਜ਼ ਪਣਪੇਗੀ ਨਾ, ਡਾਇਰੈਕਸ਼ਨ ਬਦਲੂਗੀ, ਉਹਨਾਂ ਗੱਲਾਂ ਤੇ ਚਰਚਾ ਕਰਨ ਲੱਗ ਜਾਣਗੇ ਲੋਕ, ਲਾਈਮਲਾਈਟ ਬਦਲੂਗੀ ਇੱਕ ਦੂਜੇ ਦੀ, ਕਿਵੇਂ ਹੁੰਦਾ ਕਿਵੇਂ ਨਹੀਂ ਹੁੰਦਾ। ਔਰ ਇਹ ਇੱਥੇ ਤੱਕ ਦਾ ਹਜੇ ਮਾਮਲਾ ਲੱਗਦਾ, ਜੇ ਭਾਈ ਅਜਨਾਲਾ ਤੇ ਇਹਨਾਂ ਦੇ ਆਪਣੇ ਬੰਦਿਆਂ ਦਾ ਮਾਮਲਾ ਸੀ ਤਾਂ ਆਪਸ ਚ ਨਿਬੇੜ ਲੈਂਦੇ ਤਾਂ ਉਦੋਂ ਵੀ ਸ਼ਾਇਦ ਬਿਹਤਰ ਹੋਣਾ ਸੀ। ਹਾਂ, ਇਹ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਵੱਡੇ ਬੰਦੇ ਛੋਟੀਆਂ ਗੱਲਾਂ ਕਰਦੇ ਹੀ ਨਹੀਂ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਸ਼ੁਕਰੀਆ।